ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਲੀ ਗੌੜਾ ਮਹੱਲਾ ਪੰਜਵਾ। ਸਭ ਕੈ ਸੰਗੀ ਨਾਹੀ ਦੂਰ, ਕਰਨ ਗਰਾਮਨ ਹਾਜ਼ਰਾ ਹਜੂਰ। ਸਭ ਕੈ ਸੰਗੀ ਨਾਹੀ ਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਲੀ ਗੌੜਾ ਮਹੱਲਾ ਪੰਜਵਾ। ਹੇ ਸਤਿਗੁਰੂ ਜੀ, ਪਰਮੇਸ਼ਰ ਕਿੱਥੇ ਰਹਿੰਦਾ ਹੈ? ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਲੀ ਗੌੜਾ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਦੇ ਰਾਹੀਂ ਪਰਮੇਸ਼ਰ ਨੂੰ ਸਰਵਵਿਆਪੀ ਦਰਸਾ ਰਹੇ ਹਨ। ਸਭ ਕੈ ਸੰਗੀ ਨਾਹੀ ਦੂਰ। ਹੇ ਭਾਈ, ਪਰਮੇਸ਼ਰ ਸਾਰਿਆਂ ਦੇ ਨਾਲ ਅੰਗ ਸੰਗ ਹੈ, ਭਾਵ ਸਾਰਿਆਂ ਦੀ ਅੰਤःਕਰਨ ਦੇ ਅੰਦਰ ਨਿਵਾਸ ਕਰਦਾ ਹੈ ਅਤੇ ਸਾਰਿਆਂ ਦਾ ਆਤਮ ਰੂਪ ਹੋਣ ਕਰਕੇ ਕਿਸੇ ਤੋਂ ਵੀ ਦੂਰ ਨਹੀਂ ਹੈ। ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਕਰਨ ਕਰਾਮਨ ਹਾਜ਼ਰਾ ਹਜੂਰ। ਪਰਮੇਸ਼ਰ ਆਪ ਹੀ ਸਾਰੇ ਕਾਰਜਾਂ ਨੂੰ ਕਰਨੇ ਵਾਲਾ ਹੈ ਅਤੇ ਬ੍ਰਹਮਾ ਆਦਿਕਾਂ ਨੂੰ ਵੀ ਪ੍ਰੇਰ ਕੇ ਕਰਾਉਣ ਵਾਲਾ ਆਪ ਹੀ ਹੈ ਅਤੇ ਆਪ ਹੀ ਸਭ ਦੇ ਹਾਜ਼ਰਾ ਹਜ਼ੂਰ ਨੇੜੇ ਤੋਂ ਨੇੜੇ ਹੈ। ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਸੁਣਤ ਜੀਓ ਜਾਸ ਨਾਮ। ਜਿਸ ਪਰਮੇਸ਼ਰ ਦਾ ਨਾਮ ਸੁਣ ਕੇ ਆਤਮਿਕ ਜੀਵਨ ਵੱਲ ਜਿਉਂਦੇ ਹੋਈਦਾ ਹੈ। ਜਾਂ ਸੁਨਤ ਜੀਓ ਜਾਸ ਨਾਮ। ਜਿਸ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਅਤੇ ਜਪਣਾ
ਭਗਤ ਜਨਾਂ ਨੇ ਆਪਣਾ ਜੀਵਨ ਰੂਪ ਸਮਝਿਆ ਹੋਇਆ ਹੈ। ਇਸੇ ਪ੍ਰਕਾਰ ਸੁਨਤ ਜੀਓ ਜਾਸ ਨਾਮ, ਜਿਸ ਨਾਮ ਨੂੰ ਸੁਣ ਕੇ ਜੀਓ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਪੋਠੋਹਾਰ ਦੀ ਬੋਲੀ ਵਿੱਚ ਪਤੀ ਨੂੰ ਜੀਓ ਕਹਿੰਦੇ ਹਨ ਅਤੇ ਦੁੱਖ ਬਿਨਸੇ ਸੁਖ ਕੀਓ ਬਿਸਰਾਮ। ਜਿਸ ਪਰਮੇਸ਼ਰ ਦਾ ਨਾਮ ਜਪਣ ਕਰਕੇ ਗੁਰਮੁਖ ਜਨਾਂ ਦਾ ਜੰਮਣ ਮਰਨ ਰੂਪੀ ਦੁੱਖ ਨਾਸ਼ ਹੋ ਜਾਂਦਾ ਹੈ ਅਤੇ ਉਹਨਾਂ ਨੇ ਸੁਖ ਸਰੂਪ ਦੇ ਵਿੱਚ ਬਿਸਰਾਮ ਟਿਕਾਪਣਾ ਕੀਤਾ ਹੈ, ਅਸਥਿਤੀ ਪਾਈ ਹੈ। ਸਗਲ ਨਿਧ ਹਰ ਹਰ ਹਰੇ। ਹੇ ਭਾਈ, ਜੋ ਪਾਪਾਂ ਨੂੰ ਹਰਨ ਵਾਲਾ, ਦੁੱਖਾਂ ਨੂੰ ਹਰਨ ਵਾਲਾ, ਪਰਮਾਨਗਤ ਸੰਸੇ ਨੂੰ ਹਰਨ ਵਾਲਾ, ਪਰਮੇਗਤ ਸੰਸੇ ਨੂੰ ਹਰਨ ਵਾਲਾ, ਵਿਪਰਜੇ ਬੁੱਧ ਸੰਸੇ ਨੂੰ ਹਰਨ ਵਾਲਾ ਪਰਮੇਸ਼ਰ ਹੈ। ਉਸ ਦਾ ਨਾਮ ਸਾਰੀਆਂ ਨਿਧੀਆਂ ਦੀ ਦੇਣ ਵਾਲਾ ਹੈ ਜਾਂ ਸਾਰੇ ਖਜ਼ਾਨਿਆਂ ਦਾ ਦਾਤਾ ਹੈ। ਮਨ ਜਨ ਤਾਕੀ ਸੇਵ ਕਰੇ। ਮਨ ਮੰਨਣਸ਼ੀਲ ਲੋਕ ਅਤੇ ਭਗਤ ਜਨ ਅਥਵਾ ਮੁਨੀ ਜਨ ਤਿਸ ਪਰਮੇਸ਼ਰ ਦੀ ਪ੍ਰੇਮ ਭਗਤੀ ਰੂਪ ਸੇਵ ਟਹਿਲ ਕਰਦੇ ਹਨ। ਜਾ ਕੇ ਘਰ ਸਗਲੇ ਸਮਾਹੇ। ਜਿਸ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਉਸ ਦਾ ਸਿਮਰਨ ਕਰਨ ਵਾਲੇ ਸਾਰੇ ਸਮਾ ਜਾਂਦੇ, ਲੀਨ ਹੋ ਜਾਂਦੇ ਹਨ। ਇਸੇ ਪ੍ਰਕਾਰ ਜਾ ਕੇ ਘਰ ਸਗਲੇ ਸਮਾਹੇ। ਜਿਸ ਪਰਮੇਸ਼ਰ ਦੇ ਸਾਧ ਸੰਗ ਰੂਪੀ ਘਰ ਵਿੱਚ ਜਾ ਕੇ ਸਾਰਿਆਂ ਨੂੰ ਸਮਾਹੀ ਸਮਾਹੜਾ ਆਨੰਦ ਪ੍ਰਾਪਤ ਹੁੰਦਾ ਹੈ। ਜਿਸ ਤੇ ਬਿਰਥਾ ਕੋਈ ਨਾਹੀ। ਜਿਸ ਵਾਹਿਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਰਥਾ ਨਾਮ ਹੈ ਪੀੜਾ ਦਾ, ਕੋਈ ਵੀ ਪੀੜਾ ਨਹੀਂ ਰਹਿੰਦੀ ਜਾਂ ਕੋਈ ਵੀ ਵਿਅਰਥ ਨਹੀਂ ਜਾਂਦਾ, ਸਭ ਭਰੋਸਾ ਹੀ ਜਾਂਦੇ ਹਨ। ਜੀ ਜੰਤਰ ਕਰੇ ਪ੍ਰਤਪਾਲ। ਪਰਮੇਸ਼ਰ ਸਥੂਲ ਜੀਵ ਅਤੇ ਸੂਖਮ ਜੀਵ, ਪਾਕ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਸਾਰਿਆਂ ਦੇ ਪ੍ਰਤ ਤਾਈਂ ਪਾਲਣਾ ਕਰਨੇ ਵਾਲਾ ਹੈ। ਸਦਾ ਸਦਾ ਸੇਵੋ ਕਿਰਪਾਲ। ਇਹ ਭਾਈ, ਇਸ ਲਈ ਹਮੇਸ਼ਾ ਹਮੇਸ਼ਾ ਲਈ ਕਿਰਪਾ ਦੇ ਘਰ ਪਰਮੇਸ਼ਰ ਦਾ ਸੇਵਨ ਕਰੋ, ਸਿਮਰਨ ਕਰੋ। ਸਦਾ ਧਰਮ ਜਾ ਕੈ ਦੀਵਾਨ। ਜਿਸ ਪਰਮੇਸ਼ਰ ਦੇ ਦੀਵਾਨ ਦਰਬਾਰ ਦੇ ਵਿੱਚ ਸਦਾ ਹਮੇਸ਼ਾ ਹੀ ਧਰਮ ਪੁੰਨ ਹੈ ਜਾਂ ਸੱਚਾ ਨਿਆਈ ਹੈ ਜਾਂ ਧਰਮ ਸੱਚ ਦੀ ਪ੍ਰਾਪਤੀ ਹੈ। ਇਸੇ ਪ੍ਰਕਾਰ ਸਦਾ ਧਰਮ ਜਾ ਕੈ ਦੀਵਾਨ। ਜਿਸ ਦੇ ਸਾਧ ਸੰਗਤ ਰੂਪ ਦਰਬਾਰ ਦੇ ਵਿੱਚ ਸਦਾ ਹੀ ਧਰਮ ਪੁੰਨ ਹੁੰਦਾ ਹੈ।
ਜਾਂ ਧਰਮ ਦਾ ਉਪਦੇਸ਼ ਹੁੰਦਾ ਹੈ, ਜਾਂ ਜਿਨ੍ਹਾਂ ਦੇ ਤਾਈਂ ਪਰਮੇਸ਼ਰ ਦਾ ਸੱਚਾ ਦੀਵਾਨ ਆਸਰਾ ਪ੍ਰਾਪਤ ਹੋਇਆ ਹੈ, ਉਹ ਸਦਾ ਹੀ ਧਰਮ ਦੇ ਵਿੱਚ ਜੁੜੇ ਰਹਿੰਦੇ ਨੇ, ਭਾਵ ਸਦਾ ਪਰਉਪਕਾਰ ਕਰਦੇ ਰਹਿੰਦੇ ਨੇ ਅਤੇ ਆਪਾ ਭਾਵ ਮੇਟ ਕੇ ਸਭ ਕੁਝ ਵਾਹਿਗੁਰੂ ਦਾ ਹੀ ਸਮਝਦੇ ਹਨ। ਬੇਮੋਹਤਾਜ ਨਹੀਂ ਕਿਛ ਕਾਣ, ਉਹ ਪਰਮੇਸ਼ਰ ਬੇਮੁਤਾਜ ਹੈ, ਉਹਨੂੰ ਕਿਸੇ ਦੀ ਵੀ ਕੁਝ ਵੀ ਖਾਨ ਘਨੌੜ ਮੁਤਾਜਗੀ ਨਹੀਂ ਹੈ। ਸਭ ਕਿਛ ਕਰਨਾ ਆਪਨ ਆਪ, ਉਹ ਪਰਮੇਸ਼ਰ ਆਪਣੇ ਆਪ ਹੀ ਸਾਰਾ ਕੁਝ ਕਰਨੇ ਵਾਲਾ ਹੈ, ਜਾਂ ਸਾਰਾ ਕੁਝ ਪਰਮੇਸ਼ਰ ਨੇ ਆਪ ਹੀ ਕਰਨਾ ਕੀਤਾ ਹੈ, ਅਤੇ ਆਪਣੇ ਆਪ ਸਾਰਿਆਂ ਦਾ ਆਤਮਾ ਰੂਪ ਆਪੇ ਆਪ ਚੇਤਨ ਬ੍ਰਹਮ ਹੀ ਹੈ, ਜਾਂ ਆਪ ਹੀ ਜੀਵ ਰੂਪ ਹੈ, ਆਪ ਹੀ ਸਾਥੀ ਸਰੂਪ ਹੈ, ਜਾਂ ਆਪ ਹੀ ਈਸ਼ਵਰ ਰੂਪ ਹੈ, ਆਪ ਹੀ ਸ਼ੁੱਧ ਬ੍ਰਹਮ ਸਰੂਪ ਹੈ। ਹਰੇ ਮਨ ਮੇਰੇ ਤੂੰ ਤਾ ਕਉ ਜਾ, ਇਹ ਮੇਰੇ ਮਨ ਤੂੰ ਉਸ ਵਾਹਿਗੁਰੂ ਨੂੰ ਜਪਿਆ ਕਰ, ਜਾਂ ਉਸ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਪ ਜਾਨਣਾ ਕਰ। ਸਾਧ ਸੰਗਤ ਕਾ ਹੋ ਬਲਿਹਾਰ, ਅਸੀਂ ਉਸ ਸਾਧ ਸੰਗਤ ਦੇ ਉੱਪਰੋਂ ਰਮੇ ਹੋਏ ਪਰਮਾਤਮਾ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜਾਸ ਮਿਲ ਹੋਵੇ ਉਦਾਰ, ਜਿਸ ਸਾਧ ਸੰਗਤ ਦੇ ਨਾਲ ਮਿਲ ਕੇ ਜੀਵ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਂਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਨਾਮ ਸੰਗ ਮਨ ਤਨ ਹੈ ਰਾਤ, ਨਾਮ ਦੇ ਨਾਲ ਹਰ ਵਕਤ ਸਾਡਾ ਮਨ ਵੀ ਅਤੇ ਤਨ ਸਰੀਰ ਵੀ ਰਤਿਆ ਹੋਇਆ ਹੈ, ਜਾਂ ਅਸੀਂ ਮਨ ਤਨ ਕਰਕੇ ਨਾਮ ਦੇ ਨਾਲ ਰਤੇ ਹੋਏ ਹਾਂ। ਨਾਨਕ ਕਉ ਪ੍ਰਭ ਕਰੀ ਦਾਤ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਜਨਾਂ ਦੇ ਤਾਈਂ ਪਰਮੇਸ਼ਰ ਨੇ ਨਾਮ ਦੀ ਦਾਤ ਦੇਣਾ ਕੀਤੀ ਹੈ, ਜਾਂ ਪ੍ਰਭ ਸਮਰੱਥ ਗੁਰਾਂ ਨੇ ਨਾਮ ਦੀ ਦਾਤ ਦੇਣਾ ਕੀਤੀ ਹੈ। ਮਾਲੀ ਗੌੜਾ ਮਹੱਲਾ ਪੰਜਵਾ, ਰਾਗ ਮਾਲੀ ਗੌੜਾ ਵਿੱਚ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਦੁਪਦੇ ਦੋ ਪਦੀਆਂ ਵਾਲੇ ਸ਼ਬਦ ਪ੍ਰਾਰੰਭ ਹੋ ਰਹੇ ਹਨ। ਇੱਕ ਓੰਕਾਰ, ਪਹਿਲਾਂ ਮੰਗਲ ਕਰਦੇ ਨੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਜੋ ਸਤ ਹੈ, ਗੁਰ ਚੇਤਨ ਹੈ ਅਤੇ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਹਰ ਸਮਰੱਥ ਕੀ ਸਰਨਾ, ਹੇ ਭਾਈ ਅਸੀਂ ਤਾਂ ਸਰਬ ਸ਼ਕਤੀਮਾਨ ਪਰਮੇਸ਼ਰ ਦੀ ਓਟ ਵਿੱਚ ਆਪਣੇ ਆਪ ਨੂੰ ਪਾਉਣਾ ਕੀਤਾ ਹੈ। ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਉਸ ਸਰਬ ਕਲਾ ਸਮਰੱਥ ਵਾਹਿਗੁਰੂ ਦੀ ਓਟ ਦੇ ਵਿੱਚ ਪੈ ਜਾਵੋ। ਜਿਉ ਪਿੰਡ ਧਨ ਰਾਸ ਮੇਰੀ, ਜੀਓ ਸੂਖਮ ਸਰੀਰ ਪਿੰਡ ਸਥੂਲ ਸਰੀਰ ਧਨ ਅਤੇ ਮੇਰੀ ਸ਼ੁਭ ਗੁਣਾਂ ਦੀ ਪੂੰਜੀ ਵੀ
ਉਹ ਪਰਮੇਸ਼ਰ ਹੀ ਹੈ। ਪ੍ਰਭ ਏਕ ਕਾਰਨ ਕਰਨਾ, ਅਤੇ ਇੱਕੋ ਪਰਮੇਸ਼ਰ ਹੀ ਸਾਰੇ ਕਾਰਜਾਂ ਦੇ ਕਰਨ ਵਾਲਾ ਸਮਰੱਥ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਿਮਰ ਸਿਮਰ ਸਦਾ ਸੁਖ ਪਾਈਐ। ਸਿਮਰਨ ਯੋਗ ਵਾਹਿਗੁਰੂ ਦਾ ਸਿਮਰਨ ਕਰਕੇ ਹੀ ਸਦਾ ਹਮੇਸ਼ਾ ਸੁਖ ਪਾਉਣਾ ਕਰੀਦਾ ਹੈ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਜੀਵਨ ਕਾ ਮੂਲ, ਕਿਉਂਕਿ ਉਸ ਪਰਮੇਸ਼ਰ ਦਾ ਨਾਮ ਹੀ ਜ਼ਿੰਦਗੀ ਦਾ ਅਸਲੀ ਮੁੱਢ ਹੈ। ਜਾਂ ਪਰਮੇਸ਼ਰ ਆਪ ਹੀ ਸਾਰਿਆਂ ਦੇ ਜੀਵਨ ਦਾ ਮੂਲ ਕਾਰਨ ਰੂਪ ਹੈ। ਨਿਰਾਵਰ ਹਿਆ ਸਰਬਤ ਠਾਈ, ਸਵਰਗ ਲੋਕ, ਮਾਤ ਲੋਕ, ਬ੍ਰਹਮ ਲੋਕ, ਪਤਾਲ ਲੋਕ ਆਦਿਕ ਸਭ ਜਗ੍ਹਾ ਦੇ ਵਿੱਚ ਉਹ ਪਰਮੇਸ਼ਰ ਵਿਆਪਕ ਹੋ ਰਿਹਾ ਹੈ। ਸੂਖਮੋ ਸਥੂਲ, ਅਤੇ ਸੂਖਮ ਭਾਵ ਹਿਰਨ ਗਰਭ ਆਦਿਕ ਤੇ ਅਸਤੂਲ ਵੈਰਾਟ ਆਦਿਕ ਵਿੱਚ ਵੀ ਉਹ ਪਰਮੇਸ਼ਰ ਹੀ ਵਿਆਪਕ ਹੈ। ਆਲ ਜਾਲ ਬੇਕਾਰ ਤਜ ਸਭ, ਇਹ ਭਾਈ ਘਰ ਦੇ ਜੰਜਾਲ ਬੰਧਨ ਜਾਂ ਆਲ ਔਲਾਦ ਭਾ ਪੁੱਤਰੀ ਤੋਂ ਵਧੀ ਦੋਤਰੀ ਆਦਿਕ ਔਲਾਦ, ਜਾਲ ਭਾ ਪੁੱਤਰ ਤੋਂ ਵਧੀ ਹੋਈ ਪੋਤਰੀ ਆਦਿਕ ਔਲਾਦ ਦੇ ਬੰਧਨ ਜਾਂ ਸਰੀਰ ਰੂਪੀ ਘਰ ਵਿੱਚ ਪਏ ਹੋਏ ਦੇਹ ਅਧਿਆਸ ਬੰਧਨ ਅਤੇ ਕਾਮ ਕ੍ਰੋਧ ਆਦਿਕ ਸਾਰੇ ਵਿਕਾਰਾਂ ਦਾ ਤਿਆਗ ਕਰਕੇ ਹਰ ਗੁਣ ਨਿਤ ਗਾ, ਹਰੀ ਪਰਮੇਸ਼ਰ ਦੇ ਗੁਣਾਂ ਨੂੰ ਨਿਤ ਪ੍ਰਤੀ ਗਾਇਆ ਕਰ। ਕਰ ਜੋੜ ਨਾਨਕ ਦਾਨ ਮੰਗੈ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇਗੇ, ਹੇ ਭਾਈ ਪਰਮੇਸ਼ਰ ਦੇ ਸਨਮੁਖ ਆਪਣੇ ਦੋਵੇਂ ਪ੍ਰਤੱਖ ਹੱਥ ਜੋੜ ਕੇ ਜਾਂ ਮਨ ਬੁੱਧ ਰੂਪੀ ਹੱਥ ਜੋੜ ਕੇ ਇਹੀ ਦਾਨ ਮੰਗਣਾ ਕਰ। ਦੇਹੋ ਆਪਣਾ ਨਾਮ, ਕਿ ਹੇ ਪਰਮੇਸ਼ਰ ਮੈਨੂੰ ਆਪਣਾ ਅੰਮ੍ਰਿਤ ਨਾਮ ਦੇਣਾ ਕਰੋ ਜੀ। ਮਾਲੀ ਗੌੜਾ ਮਹੱਲਾ ਪੰਜਵਾ। ਮਾਲੀ ਗੌੜਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫਰਮਾਨ ਕਰਦੇ ਹਨ। ਪ੍ਰਭ ਸਮਰੱਥ ਦੇਵ ਅਪਾਰ, ਹੇ ਸਰਬ ਸ਼ਕਤੀਮਾਨ ਪਰਮੇਸ਼ਰ ਤੂੰ ਪ੍ਰਕਾਸ਼ ਰਾਜਾ ਰੂਪ ਅਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਕੌਣ ਜਾਣੈ ਚਲਿਤ ਤੇਰੇ, ਚਲਿਤ ਹੇ ਪਰਮੇਸ਼ਰ ਤੇਰੀ ਕੌਤਕ ਕੌਣ ਜਾਣ ਸਕਦਾ ਹੈ। ਪਿਛੇ ਅੰਤ ਨਾਹੀ ਪਾਰ, ਇਸ ਲਈ ਲੋਕ ਪਰਲੋਕ ਕਰਕੇ ਤੇਰੇ ਆਰ ਪਾਰ ਦਾ ਜਾਂ ਤੇਰੇ ਗੁਣਾਂ ਦਾ ਆਰ ਪਾਰ ਕਰਕੇ ਕੁਝ ਵੀ ਅੰਤ ਅਖੀਰ ਨਹੀਂ ਪਾਇਆ ਜਾ ਸਕਦਾ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਇਕ ਖਿਨ ਹੈ ਥਾਪਿਉ ਥਾਪਦਾ, ਇਹ ਪਰਮੇਸ਼ਰ ਤੂੰ ਇੱਕ ਖਿਨ ਦੇ ਵਿੱਚ ਪੈਦਾ ਕੀਤੀ ਹੋਈ ਸ੍ਰਿਸ਼ਟੀ ਨੂੰ ਪੁੱਟ ਸੁੱਟਦਾ ਹੈ, ਨਾਸ਼ ਕਰ ਦਿੰਦਾ ਹੈ ਅਤੇ ਦੁਬਾਰਾ ਸਾਰੀ ਸ੍ਰਿਸ਼ਟੀ ਨੂੰ ਘੜ ਕੇ ਫਿਰ ਉਸ ਨੂੰ ਘੜ ਭੰਨ ਕਰਨਾ ਹਾਰ, ਘੜ ਕੇ ਫਿਰ ਭੰਨਣ ਕਰ ਦਿੰਦਾ ਨਾਸ਼ ਕਰਨੇ ਵਾਲਾ ਹੈ।
ਜਾਂ ਸ੍ਰਿਸ਼ਟੀ ਨੂੰ ਘੜ ਕੇ ਫਿਰ ਨਾਸ਼ ਕਰਕੇ ਤੇ ਭੰਨੀ ਹੋਈ ਸ੍ਰਿਸ਼ਟੀ ਨੂੰ ਫਿਰ ਪੈਦਾ ਕਰਨੇ ਵਾਲਾ ਹੈ। ਇਸੇ ਪ੍ਰਕਾਰ ਇਕ ਛਿਨ ਹੈ ਥਾਪਿਉ ਥਾਪਦਾ, ਖੱਖਾ ਬੋਲ, ਇਕ ਖਿਨ ਹੈ ਥਾਪਿਉ ਥਾਪਦਾ। ਇੱਕ ਛਿਣ ਦੇ ਵਿੱਚ ਹੀ ਥਾਪੇ ਹੋਏ ਅਗਿਆਨ ਨੂੰ ਗੁਰਮੁਖ ਜਨਾਂ ਦੇ ਹਿਰਦੇ ਵਿੱਚੋਂ ਗੁਰ ਉਪਦੇਸ਼ ਦੁਆਰਾ ਪੁੱਟ ਦਿੰਦਾ ਹੈ। ਘੜ ਭੰਨ ਕਰਨੈ ਹਾਰ, ਅਤੇ ਉਹਨਾਂ ਦੇ ਹਿਰਦੇ ਵਿੱਚ ਘੜੇ ਹੋਏ ਕਾਮ ਕ੍ਰੋਧ ਆਦਿਕਾਂ ਦਾ ਵੀ ਤੂੰ ਆਪ ਹੀ ਭੰਨਣ ਕਰਨ ਵਾਲਾ ਹੈ, ਜਾਂ ਸ਼ੁਭ ਗੁਣਾਂ ਦੀ ਘਾਟ ਤੋਂ ਘੜਨ ਵਾਲਾ ਤੇ ਘੜੇ ਹੋਏ ਕਾਮ ਆਦਿਕਾਂ ਦਾ ਭੰਨਣ ਕਰਨ ਵਾਲਾ ਹੈ। ਜੀਤ ਕੀਨ ਉਪਾਰਜਨਾ, ਜਿਤਨੀ ਵੀ ਸ੍ਰਿਸ਼ਟੀ ਤੋਂ ਉਤਪਨ ਕੀਤੀ ਹੋਈ ਹੈ। ਦਾਨ ਦੇ ਦਾਤਾਰ, ਇਹ ਦਾਤਾਂ ਦੇਣ ਵਾਲੇ ਪਰਮੇਸ਼ਰ ਤੂੰ ਸਾਰੀ ਸ੍ਰਿਸ਼ਟੀ ਨੂੰ ਰੋਜੀ ਆਦ ਪਾਲਣਾ ਆਦਿ ਦਾ ਦਾਨ ਦਿੰਦਾ ਹੈ। ਹਰ ਸਰਨ ਆਇਓ ਦਾਸ ਤੇਰਾ, ਮੈਂ ਤੇਰਾ ਦਾਸ ਤੇਰੀ ਸ਼ਰਨ ਵਿੱਚ ਆਇਆ ਹਾਂ। ਪ੍ਰਭ ਊਚ ਅਗਮ ਮੁਰਾਰ, ਇਹ ਸਭ ਤੋਂ ਉੱਚੇ ਮਨ ਦੀ ਗਮਤਾ ਤੂੰ ਰਹਿਤ ਮੋਹ ਆਦਿਕ ਜਨਤਾਂ ਦੇ ਨਾਸ਼ ਕਰਨ ਵਾਲੇ ਪ੍ਰਭ ਸਮਰੱਥ ਪਰਮੇਸ਼ਰ, ਮੈਂ ਸੇਵਕ ਤੇਰੀ ਓਟ ਦੇ ਵਿੱਚ ਆਇਆ ਹਾਂ। ਸਰਨ ਨਾਥ ਤੋਰੀਆਂ ਉਬਾਰ ਰਾਜ ਮੋਰੀਆਂ, ਜਿਤਿਓ ਸਰਨ ਆਇਓ ਹੈ ਤਿਤਿਓ ਰਾਖ ਲਏ ਹੈ। ਹੱਡ ਲਿਹੋ ਪਹੁ ਜਲ ਬਿਖਮ ਤੇ, ਹੇ ਪਰਮੇਸ਼ਰ ਮੈਨੂੰ ਦਾਸ ਨੂੰ ਕਠਿਨ ਸੰਸਾਰ ਸਮੁੰਦਰ ਤੋਂ ਕੱਢ ਲੈਣਾ ਕਰੋ, ਜਾਂ ਜਮਨ ਮਨ ਰੂਪੀ ਪੈਦਾਇਕ ਪਾਣੀ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਕੱਢ ਲੈਣਾ ਕਰੋ। ਭਾਵ ਜੋ ਵਿਸ਼ੇ ਰੂਪੀ ਜਲ ਕਾਮ ਕ੍ਰੋਧ ਰੂਪ ਮਗਰਮੱਛ ਪੰਜ ਕੋਸ਼ਾਂ ਰੂਪ ਪਹਾੜੀਆਂ ਵਾਲਾ ਕਠਿਨ ਸੰਸਾਰ ਰੂਪ ਸਮੁੰਦਰ ਹੈ, ਇਹਦੇ ਵਿੱਚੋਂ ਕੱਢ ਲੈਣਾ ਕਰੋ ਜੀ। ਜਨ ਨਾਨਕ ਸਦ ਬਲਿਹਾਰ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ हे ਪਰਮੇਸ਼ਰ, ਮੈਂ ਦਾਸ ਸਦਾ ਸੈਂਕੜੇ ਵਾਰ ਤੇਰੇ ਤੋਂ ਬਲਿਹਾਰ ਕੁਰਬਾਨ ਪਿਆ ਜਾਂਦਾ ਹੈ। ਮਾਲੀ ਗੌੜਾ ਮਹਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਾਲੀ ਗੌੜਾ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਨ ਤਨ ਬਸ ਰਹੇ ਗੋਪਾਲ, ਹੇ ਪ੍ਰਿਥਵੀ ਦੇ ਪਾਲਕ ਪਰਮੇਸ਼ਰ, ਤੁਸੀਂ ਮੇਰੇ ਮਨ ਅਤੇ ਤਨ ਸਰੀਰ ਵਿੱਚ ਵਸ ਰਹੇ ਹੋ ਜੀ। ਦੀਨ ਬਾਂਧਵ ਭਗਤ ਵਛਲ, ਹੇ ਪਰਮੇਸ਼ਰ, ਤੁਸੀਂ ਗਰੀਬਾਂ ਦੇ ਸੰਬੰਧੀ ਹੋ, ਭਗਤੀ ਕਰਨ ਵਾਲੇ ਭਗਤਾਂ ਦੇ ਪਿਆਰੇ ਹੋ। ਸਦਾ ਸਦਾ ਕਿਰਪਾਲ, ਔਰ ਹਮੇਸ਼ਾ ਹਮੇਸ਼ਾ ਕਿਰਪਾਲੂ ਸਰੂਪ ਹੋ ਜੀ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਆਦਿ ਅੰਤੇ ਮਦ ਤੂੰ ਹੈ, ਇਹ ਪਰਮੇਸ਼ਰ ਤੂੰ ਹੀ ਸਾਰੇ ਜਗ ਦਾ ਆਦਿ ਮੁੱਢ ਰੂਪ ਹੈ। ਤੂੰ ਹੀ ਵਿਚਕਾਰਲੇ ਮੱਧ ਕਾਲ ਵਿੱਚ ਹੈ, ਅਤੇ ਤੂੰ ਹੀ ਅੰਤ ਕਾਲ ਭਾਵ ਜਗ ਦੇ ਪਰਲੋ ਕਾਲ ਵਿੱਚ ਹੋਵੇਗਾ। ਇਸੇ ਪ੍ਰਕਾਰ ਆਦਿ ਅੰਤੇ ਮਦ ਤੂੰ ਹੈ। ਆਦਿ ਵਿੱਚ ਅਧਿਸ਼ਠਾਨ ਸਰੂਪ, ਮੱਧ ਵਿੱਚ ਵਿਆਪਕ ਰੂਪ ਅਤੇ ਅੰਤ ਵਿੱਚ
ਸਿਧਾਂਤ ਰੂਪੀ ਤੂੰ ਆਪ ਹੀ ਹੈ। ਪ੍ਰਭ ਬਿਨਾ ਨਾਹੀ ਕੋਇ। हे ਪਰਮੇਸ਼ਰ, ਤੇਰੇ ਬਿਨਾ ਹੋਰ ਕੋਈ ਵੀ ਸੰਸਾਰ ਵਿੱਚ ਨਹੀਂ ਹੈ। ਪੂਰ ਰਹਿਆ ਸਗਲ ਮੰਡਲ। हे ਪਰਮੇਸ਼ਰ, ਸਾਰੇ ਗੋਲਾਕਾਰ ਘੇਰੇ ਵਿੱਚ ਸੰਸਾਰ ਵਿੱਚ ਤੂੰ ਹੀ ਪਰਿਪੂਰਨ ਹੋ ਰਿਹਾ ਹੈ। ਏਕ ਸੁਆਮੀ ਸੋਇ। ਹਰ ਇੱਕੋ ਤੂੰ ਹੀ ਸਾਰਿਆਂ ਦਾ ਮਾਲਕ ਹੈ ਅਤੇ ਸਾਰਿਆਂ ਤੋਂ ਸ਼ੋਭਾ ਕਰਾਉਣੀ ਯੋਗ ਹੈ, ਜਾਂ ਸਾਰਿਆਂ ਦੀ ਸ਼ੋਭਾ ਦੇ ਅੰਦਰ ਵਸਿਆ ਹੋਇਆ ਹੈ, ਜਾਂ ਸਾਰਿਆਂ ਨੂੰ ਆਪਣੀ ਪ੍ਰਾਪਤੀ ਦੀ ਖਬਰ ਦੇਣ ਵਾਲਾ ਹੈ। ਕਰਨ ਹਰ ਜਸ ਨੇਤਰ ਦਰਸ਼ਨ। हे ਪਰਮੇਸ਼ਰ, ਐਸੀ ਕਿਰਪਾ ਕਰੋ ਕਿ ਮੈਂ ਤੇਰੇ ਕੀਰਤਨ ਦੀਆਂ ਧੁਨਾਂ ਆਪਦੇ ਕੰਨਾਂ ਦੇ ਵਿੱਚ ਸੁਣਦਾ ਰਹਾ। ਤੇਰੇ ਕੀਰਤਨ ਦੀਆਂ ਧੁਨਾਂ ਮੇਰੇ ਕੰਨਾਂ ਵਿੱਚ ਹਮੇਸ਼ਾ ਹੀ ਪੈਂਦੀਆਂ ਰਹਿਣ। ਕੰਨਾਂ ਨਾਲ ਤੇਰੇ ਜਸ ਨੂੰ ਸੁਣਨਾ ਕਰਾਂ। ਮੈਨੂੰ ਯਾਦ ਆ ਗਿਆ, ਮੈਂ ਸੋਚਣਾ ਵੀ ਬਾਬਾ ਜੀ ਦਾ ਸੁੱਤੇ ਪਏ ਨੇ ਤੇ ਜਿਸ ਤਰ੍ਹਾਂ ਆਪਣਾ ਨਿਤਨੇਮ ਕਰੀਦਾ ਇਸ ਤਰ੍ਹਾਂ ਹੌਲੀ ਹੌਲੀ ਪਾਠ ਕਰਨ ਲੱਗ ਪੈਣਾ। ਜਿੰਨਾ ਕੁ ਆਪ ਨੂੰ ਸੁਣੇ ਤੇ ਮੂੰਹ ਪਰਾਂ ਕਰ ਲੈਣਾ। ਮਹਾਂਪੁਰਖਾਂ ਉਸੇ ਵੇਲੇ ਉੱਠ ਕੇ ਬੈਠ ਜਾਣਾ। ਤੇ ਕਈ ਵਾਰ ਮੈਨੂੰ ਆਖਿਆ ਸੀ, ਹੁਣ ਕਹਿੰਦਾ ਗਿਆਨੀ ਤੂੰ ਤਾਂ ਆਪਦਾ ਨਿਤਨੇਮ ਕਰੀ ਜਾਂਦਾ, ਬਾਣੀ ਤੂੰ ਮੈਨੂੰ ਸੁਣਾਉਣ ਬੈਠਾ ਹੈ। ਮੇਰੇ ਕੰਨ ਦੇ ਕੋਲ ਮੂੰਹ ਕਰਕੇ ਉੱਚੀ ਬੋਲ ਕੇ ਬਾਣੀ ਪੜ੍ਹ। ਕਹਿਣ ਦਾ ਭਾਵ ਵੀ ਮੈਂ ਸੁੱਤਾ ਨਹੀਂ ਹੋਇਆ। ਜੇ ਕੋਈ ਸਾਡੇ ਸੁੱਤੇ ਪਿਆਂ ਦੇ ਕੋਲ ਉੱਚੀ ਬੋਲੇ, ਆਪਾਂ ਕਹਿੰਦੇ ਤੂੰ ਕੀ ਕਿੜਕਿੜ ਲਾਈ ਹੋਈ ਆ। ਆ ਕੋਠੀਆਂ ਵਾਲੇ ਗੁਰਦੁਆਰੇ ਆ ਕੇ ਲੜਦੇ ਨੇ। 71 ਸੈਕਟਰ ਉਹ ਇੱਕ ਕਹਿੰਦਾ ਮੈਂ ਤਾਂ ਪੈਟਰੋਲ ਪਾ ਕੇ ਲੱਗਾ ਇੱਥੇ ਅੱਗ ਲਾਉਣ ਆਪਣੇ ਆਪ ਨੂੰ। ਕਿਉਂ? ਤੁਸੀਂ ਗੁਰਦੁਆਰੇ ਦਾ ਸਪੀਕਰ ਨਹੀਂ ਬੰਦ ਕਰਦੇ। ਹੁਣ ਮੈਂ ਇੱਥੋਂ ਜਾ ਨਹੀਂ ਸਕਦਾ, ਕੋਠੀ ਮੇਰੀ ਸਾਹਮਣੇ। ਉਹਨਾਂ ਹੱਥ ਜੋੜੇ, ਭਾਈ ਸਪੀਕਰ ਦਾ ਕੀ ਆ, ਕੋਈ ਗੱਲ ਨਹੀਂ, ਜੇ ਤੈਨੂੰ ਦਿੱਕਤ ਹੈ ਤੇ ਆਪਾਂ ਬੰਦ ਕਰ ਦਿੰਦੇ ਹਾਂ। ਮਤਲਬ ਇਹਨਾਂ ਲੋਕ ਦੁੱਖ ਮਨਾਉਂਦੇ ਨੇ। ਸੁੱਤੇ ਪਿਆਂ ਦੇ ਕੰਨਾਂ ਦੇ ਵਿੱਚ ਕੋਈ ਆਵਾਜ਼ ਪਏ, ਆਪਾਂ ਕਹਿੰਦੇ ਕਿ ਸਾਨੂੰ ਕੋਈ ਡਿਸਟਰਬ ਕਰਦਾ। ਭਾਵੇਂ ਬਾਬੇ ਵੱਲੋਂ ਪਾਠ ਦੀ ਆਵਾਜ਼ ਹੀ ਪਏ, ਪਰ ਉਹ ਧੰਨ ਮਹਾਂਪੁਰਖ ਦਿਨੇ ਵੀ ਵਿਚਰਦਿਆਂ ਹੋਇਆ ਗੁਰਬਾਣੀ ਦਾ ਪਾਠ ਸੁਣਦੇ ਰਹਿਣਾ। ਦੁਨੀਆ ਦੇ ਵਿੱਚ ਸ਼ਾਇਦ ਮੈਂ ਪਤਾ ਨਹੀਂ ਕਿਤੇ ਹੋਰ ਗਿਆ ਹੀ ਨਹੀਂ, ਕਿਉਂਕਿ ਸਿੱਧੇ ਘਰੋਂ ਮਹਿਤੇ ਦੀ ਬੱਸ ਫੜੀ ਦੀ ਸੀ ਤੇ ਸਾਲ 6 ਮਹੀਨੇ ਜੀ ਕਰਨਾ ਫਿਰ ਘਰ ਹੀ ਆਉਣਾ। ਕਿਤੇ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਕੁਛ ਨਾ ਹੀ ਮੇਰਾ ਖਿਆਲ ਅੱਜ ਦੇ ਸਮੇਂ 'ਚ ਕੋਈ ਹੈ। ਕੋਈ ਅੱਖਾਂ ਨਾਲ ਦੇਖਣ ਵਿੱਚ ਆਉਂਦਾ ਹੀ ਨਹੀਂ ਹੈ। ਸਾਰੇ ਸਤਿਕਾਰਯੋਗ ਨੇ, ਪਰ ਅੱਠੇ ਪੈਰ ਗੁਰਬਾਣੀ ਨੂੰ ਪੜ੍ਹਦੇ ਰਹਿਣਾ, ਸੁਣਦੇ ਰਹਿਣਾ। ਇਸ ਵੇਲੇ ਤੱਕ ਬਲਕਿ 4 ਵਜੇ ਤੱਕ ਉਹਨਾਂ ਪੂਰਾ ਗੁਟਕੇ ਦਾ ਨਿਤਨੇਮ ਆਪ ਐਨਕਾਂ ਲਾ ਕੇ ਖੁਦ ਆਪ ਵੀ ਕਰ ਲੈਣਾ। ਇਹਨੇ ਵੀ ਆਪ ਨੇ ਪਾਠ ਪੜ੍ਹਨਾ। ਮੁੜ ਕੇ ਜਦ ਸਿੰਘਾਂ ਨੇ ਆ ਜਾਣਾ ਫਿਰ ਕਹਿਣਾ ਸੁਣਾਓ ਭਾਈ। ਸਾਰੀ ਦਿਹਾੜੀ ਤੇ ਸਾਰੀ ਰਾਤ ਇਸ ਵਾਸਤੇ ਉਹ ਧੰਨ ਨੇ ਮਹਾਂਪੁਰਖ ਇਹ ਸ਼ਰਮਣ ਮੇਰੇ ਹੋ ਸਾਚਾ ਸੁਣਨੇ ਨੂੰ ਬਿਠਾਏ, ਸਾਚਾ ਸੁਣਨੇ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਰਾਗੀ ਬਲਵੀਰ ਸਿੰਘ ਜੀ ਭੰਗੜ ਸਾਹਿਬ, ਜਿਨ੍ਹਾਂ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਦੀ ਮਹਾਨ ਸੇਵਾ ਕੀਤੀ ਹੈ। ਅਰੇ ਬੜੇ ਗੁਣੀ ਸਨ, ਰਾਗੀ ਸਨ। ਉਹਨਾਂ ਦੇ ਰਸਨਾ ਤੋਂ ਮੈਂ ਸੁਣਿਆ ਕਿ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇੱਕ ਵਾਰ ਗੁਰੂ ਨਾਨਕ ਨਿਵਾਸ ਦੀ ਛੱਤ ਤੇ ਬਿਰਾਜੇ ਹੋਏ ਸਨ। ਕਹਿੰਦੇ ਅਸੀਂ ਫਤਿਹ ਬੁਲਾਉਣ ਗਏ
ਤੇ ਉੱਥੇ ਹੀ ਸਾਨੂੰ ਡਾਲਿਆ। ਕਹਿੰਦੇ ਰਾਗੀ ਜੀ ਲਿਆਓ ਆਪਦੇ ਸਾਜ਼ ਕੀਰਤਨ ਸੁਣਾਓ। ਫਰਲੇ ਵਾਲਾ ਨਿਹੰਗ ਸਿੰਘ ਉਹਨਾਂ ਦਾ ਭਰਾ, ਉਹਨੇ ਜਦ ਤਾਣ ਮਾਰਨੀ ਫਰਲਾ ਝੁੱਲਣਾ, ਮਹਾਂਪੁਰਖਾਂ ਬੜਾ ਖੁਸ਼ ਹੋਣਾ। ਕਹਿੰਦੇ ਸਾਰੀ ਰਾਤ ਇੱਕੋ ਹੀ ਸ਼ਬਦ ਸੁਣਦੇ ਰਹੇ, ਤੂੰ ਕੌਣ ਰੇ, ਤੂੰ ਕੌਣ ਰੇ। ਮੈਂ ਜੀ ਨਾਮਾ ਹੋ ਜੀ ਆਲਾ ਦੇ ਨਿਵਾਰਨਾ ਜਮ ਕਾਰਨਾ, ਪਹਿਲ ਪੁਰੀਏ ਪੁੰਡਰਕ ਬਣਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਦੇ ਜਾਨੋ ਹਰਨਾ ਚੰਦੀ ਨਾਚਨਾ ਰਹਾਉ। ਪਹਿਲ ਪੁਰਸਾ ਬਿਰਾ ਅਤੋਨ ਪੁਰਸਾ ਦਮਰਾ, ਅਸਗਾ ਅਸੁਸਗਾ ਹਰ ਕਾ ਬਾਗਰਾ, ਨਾਚੈ ਬਿੰਦੀ ਮੈਂ ਸਾਗਰਾ। ਨਾ ਚੰਦੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਪ੍ਰਾਮੀਆਂ ਚਾ, ਕੇਸਵਾ ਬਚਾਉਣੀ ਆਈਏ ਮਈਏ ਇਹ ਕਹਾਣੀ ਲਿਓ। ਪਿੰਦੀ ਉਪਕਲੇ ਸੰਸਾਰ ਬ੍ਰਹਮ ਰਮਾਈ ਤੁਮ ਜੀ ਦੁਆਰਾ, ਤੂੰ ਕੁਨ ਰੇ। ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨ ਜਮ ਕਾਰਨ। ਇਹੀ ਸ਼ਬਦ ਸਾਰੀ ਰਾਤ ਕਹਿੰਦੇ ਸੁਣਦੇ ਰਹੇ 4 ਵਜੇ ਤੱਕ। ਫਿਰ ਖੁੱਲੇ ਮਾਇਆ ਦੀ ਗੱਫੀ ਬਖਸ਼ ਕਹਿੰਦੇ ਜਾਓ ਜਾ ਕੇ ਆਰਾਮ ਕਰੋ। ਸੋ ਕੰਨ ਧਨ ਦੀ ਯੋਗ ਨੇ ਜਿਹੜੇ ਮਹਾਰਾਜ ਦਾ ਕੀਰਤਨ ਸੁਣਦੇ ਨੇ। ਮਹਾਰਾਜ ਤੇਰੇ ਚਰਨਾਂ ਚ ਅਰਦਾਸ, ਜਿਵੇਂ ਹਰਿਮੰਦਰ ਸਾਹਿਬ 2:30 ਵਜੇ ਕੀਰਤਨ ਪ੍ਰਾਰੰਭ ਹੋ ਜਾਂਦਾ, ਪਰ ਮੁਕਰਮਾਂ ਸੱਤੇ ਪਿਆਂ ਦੇ ਕੰਨਾਂ 'ਚ ਵੀ ਆਵਾਜ਼ ਪੈ ਜਾਂਦੀ। ਪਹਿਲਾਂ ਸਪੀਕਰ ਨਹੀਂ ਸੀ ਲਾਉਂਦੇ ਹੁੰਦੇ, ਹੁਣ 2:30 ਵਜੇ ਸਪੀਕਰ ਲਾ ਦਿੰਦੇ ਨੇ। ਇਸ ਲਈ ਮਹਾਰਾਜ ਇਹ ਮੇਰੀ ਅਰਦਾਸ ਹੈ ਕਿ ਤੇਰੇ ਕੀਰਤਨ ਦੀਆਂ ਧੁਨਾਂ ਮੇਰੇ ਕੰਨਾਂ ਦੇ ਵਿੱਚ ਹਮੇਸ਼ਾ ਹੀ ਪੈਂਦੀਆਂ ਰਹਿਣ। ਮੈਂ ਤੇਰੇ ਜਸ ਨੂੰ ਸੁਣਨਾ ਕਰਾਂ ਤੇ ਨੇਤਰ ਦਰਸ਼ਨ ਅੱਖਾਂ ਦੇ ਨਾਲ ਤੇਰੇ ਦਰਸ਼ਨ ਦੀਦਾਰੇ ਕਰਦਾ ਰਹਾਂ ਜੀ। ਕਿਉਂਕਿ ਅੱਖਾਂ ਦੀ ਸਫਲਤਾ ਦਰਸ਼ਨਾਂ ਦੇ ਨਾਲ, ਨੇਤਰੀ ਸਤਿਗੁਰ ਵੇਖਣਾ, ਸ਼ਰਮਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਜਸਨ ਹਰ ਗੁਣ ਗਾ, ਇਹ ਪਰਮੇਸ਼ਰ ਰਸਨਾ ਜ਼ਬਾਨ ਨਾਲ ਮੈਂ ਹਮੇਸ਼ਾ ਹੀ ਤੇਰੇ ਗੁਣਾਂ ਨੂੰ ਗਾਉਣਾ ਕਰਾਂ ਜੀ। ਬਲਿਹਾਰ ਜਾਏ ਸਦਾ ਨਾਨਕ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਹਮੇਸ਼ਾ ਆਪ ਜੀ ਦੇ ਉੱਪਰੋਂ ਕੁਰਬਾਨ ਜਾਂਦਾ ਹਾਂ। ਦੇਹੋ ਆਪਣਾ ਨਾ, ਆਪ ਜੀ ਕਿਰਪਾ ਕਰਕੇ ਮੈਨੂੰ ਆਪਣਾ ਅੰਮ੍ਰਿਤ ਨਾਮ ਦੇਣਾ ਕਰੋ ਜੀ, ਤਾਂ ਕਿ ਮੈਂ ਸਿਮਰਨ ਕਰਕੇ ਨਿਹਾਲ ਹੋ ਜਾਵਾਂ। ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਲੀ ਗੌੜਾ ਰਾਗ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਲਿਖਵਾ ਰਹੇ ਹਨ। ਇੱਕ ਓੰਕਾਰ। ਗੁਰੂ ਸਾਹਿਬ ਦੀ ਮਰਿਆਦਾ ਹੈ ਕਿ ਮੰਗਲ ਜ਼ਰੂਰ ਕਰਦੇ ਨੇ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਧੰਨ ਧੰਨ ਓ ਰਾਮ ਬੇਨ ਬਾਜੈ। ਭਗਤ ਨਾਮਦੇਵ ਜੀ ਦੇ ਕੋਲ ਇੱਕ ਕ੍ਰਿਸ਼ਨ ਭਗਵਾਨ ਦਾ ਉਪਾਸਕ ਆ ਕੇ ਕਹਿਣ ਲੱਗਾ ਕਿ ਹੇ ਭਗਤ ਜੀ, ਮੈਂ ਕ੍ਰਿਸ਼ਨ ਭਗਵਾਨ ਦੀ ਉਪਾਸਨਾ ਕਿਸ ਪ੍ਰਕਾਰ ਕਰਾਂ, ਕਿਰਪਾ ਕਰਕੇ ਮੈਨੂੰ ਦੱਸੋ। ਭਗਤ ਨਾਮਦੇਵ ਜੀ ਸਰਗੁਣ ਦੇ ਉਪਾਸਕ ਦੀ ਗੱਲ ਸੁਣ ਕੇ ਸ਼ਬਦ ਉਚਾਰਦੇ ਨੇ ਕਿ ਹੇ ਭਾਈ, ਧੰਨ ਧੰਨ ਉਹ ਰਾਮ ਬੇਨ ਬਾਜੈ। ਉਹ ਰਾਮ ਬਲਰਾਮ ਦੇ ਭਰਾ ਕ੍ਰਿਸ਼ਨ ਜੀ ਜੋ ਬੇਨ ਬੰਸਰੀ ਵਜਾਉਂਦੇ ਸਨ। ਧੰਨ ਧੰਨ ਇੱਕ ਧੰਨ ਬਿਨਾਂ ਟੱਪੀ ਤੋਂ ਇੱਕ ਟੱਪੀ ਨਾਲ ਇਉਂ
ਇੱਕ ਤੇ ਥੋੜਾ ਜਿਹਾ ਅਦਕ ਲਾ ਕੇ ਕੱਸ ਕੇ ਤੇ ਦੂਜੇ ਤੇ ਟਿੱਪੀ ਲਾ ਕੇ ਬੋਲਣਾ ਧੰਨ ਧੰਨ ਧਨਤਾ ਦੇ ਯੋਗ ਹਨ। ਇਸੇ ਪ੍ਰਕਾਰ ਧੰਨ ਧੰਨ ਹੋ ਰਾਮ ਬੀਨ ਬਾਜੈ। ਜਦੋਂ ਦੁਆਪਰ ਵੀਰ ਕ੍ਰਿਸ਼ਨ ਜੀ ਬਿੰਦਰਾਵਨ ਵਿੱਚ ਰਿਹਾ ਕਰਦੇ ਸਨ, ਤਦੋਂ ਸਾਰੇ ਲੋਕ ਧੰਨ ਕ੍ਰਿਸ਼ਨ ਜੀ ਕਿਹਾ ਕਰਦੇ ਸਨ ਕਿ ਜੋ ਰਾਮਚੰਦਰ ਜੀ ਤ੍ਰੇਤੇ ਵਿੱਚ ਹੋਏ ਹਨ, ਉਹੀ ਦੁਆਪਰ ਵਿੱਚ ਕ੍ਰਿਸ਼ਨ ਰੂਪ ਹੋ ਕੇ ਬੰਸਰੀ ਵਜਾ ਰਹੇ ਨੇ। ਉਹ ਬੰਸਰੀ ਵਜਾਉਣ ਵਾਲੇ ਰਾਮ ਕ੍ਰਿਸ਼ਨ ਜੀ ਧੰਨ ਹਨ, ਧੰਨ ਹਨ। ਮਧੁਰ ਮਧੁਰ ਧੁਨ ਅਨਹਤ ਗਾਜੈ। ਜਿਸ ਕ੍ਰਿਸ਼ਨ ਦੀ ਬੰਸਰੀ ਦੀ ਮਿੱਠੀ ਮਿੱਠੀ ਸੋਹਣੀ ਧੁਨੀ ਦੀ ਅਨਹਤ ਨਾਸ਼ ਤੋਂ ਰਹਿਤ ਗਰਜ ਪੈ ਰਹੀ ਸੀ। ਰਾਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ ਧੰਨ ਧੰਨ ਮੇਗਾ ਰੋਮਾਵਲੀ। ਉਹ ਮੇਂਢੇ ਦੇ ਰੋਮਾਂ ਦੀ ਆਮਲੀ, ਰੋਮਾਂ ਦਾ ਸਮੁਦਾਇ ਭਾਵ ਉਨਵੀਂ ਧਨਤਾ ਦੀ ਯੋਗ ਹੈ, ਜਾਂ ਮੇਢਾ ਵੀ ਧਨ ਹੈ ਅਤੇ ਉਹਦੀ ਰੋਮਾਵਲੀ ਵੀ ਧਨ ਹੈ। ਧੰਨ ਧੰਨ ਕ੍ਰਿਸ਼ਨ ਉੱਡੈ ਕਾਂਬਲੀ। ਜਿਨ੍ਹਾਂ ਰੋਮਾਂ ਦੀ ਕੰਬਲੀ ਬਣੀ ਹੋਈ ਹੈ, ਜਿਸ ਕੰਬਲੀ ਨੂੰ ਕ੍ਰਿਸ਼ਨ ਜੀ ਉੱਡੈ ਪਹਿਨਦੇ ਸਨ, ਉਹ ਵੀ ਧੰਨ ਧੰਨ ਹੈ। ਜਾਂ ਕ੍ਰਿਸ਼ਨ ਜੀ ਵੀ ਧੰਨ, ਉਹਦੀ ਕੰਬਲੀ ਵੀ ਧੰਨ ਜਿਹਨੂੰ ਕ੍ਰਿਸ਼ਨ ਜੀ ਪਹਿਨਦੇ ਹਨ। ਧੰਨ ਧੰਨ ਤੂੰ ਮਾਤਾ ਦੇਵਕੀ। ਬਿੰਦਰਾਵਨ ਵਾਸੀ ਲੋਕ ਉਦੋਂ ਕਹਿੰਦੇ ਸਨ ਕਿ ਮਾਤਾ ਦੇਵਕੀ ਤੂੰ ਧੰਨ ਹੈ, ਤੂੰ ਧੰਨ ਹੈ। ਜਿਹ ਗ੍ਰਹਿ ਰਮਈਆ ਕਵਲਾਪਤੀ। ਜਿਸ ਦੇ ਘਰ ਰਮੇ ਹੋਏ ਮਾਇਆਪਤੀ ਵਿਸ਼ਨੂੰ ਭਗਵਾਨ ਦਾ ਅਵਤਾਰ 16 ਕਲਾ ਸੰਪੰਨ ਕ੍ਰਿਸ਼ਨ ਜੀ ਖੇਡਦੇ ਹਨ। ਧੰਨ ਧੰਨ ਬਨ ਖੰਡ ਬਿੰਦਰਾਵਨ। ਸੋ ਕ੍ਰਿਸ਼ਨ ਜੀ ਜਿਸ ਦੇ ਘਰ ਪੈਦਾ ਹੋਏ ਨੇ, ਉਸ ਵੇਲੇ ਬਨਖੰਡ ਜੰਗਲ ਦਾ ਹਿੱਸਾ ਬਿੰਦਰਾਵਨ ਅਸਥਾਨ ਵੀ ਧੰਨ ਸੀ। ਜਹ ਖਿਲੈ ਸ੍ਰੀ ਨਾਰਾਇਣ। ਜਿੱਥੇ ਵਿਸ਼ਨੂੰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਬਿੰਦਰਾਵਨ ਅੰਦਰ ਬਾਲਕ ਅਵਸਥਾ ਵਿੱਚ ਖੇਡਦੇ ਸਨ, ਜਾਂ ਰਾਸ ਸਾਧਕ ਪੌਂਡੋ ਖੇਡਦੇ ਸਨ। ਬੀਨ ਬਜਾਵੇ ਗੋ ਧਨ ਚਰੈ। ਕ੍ਰਿਸ਼ਨ ਜੀ ਦੁਆਪਰ ਦੇ ਵਿੱਚ ਬੰਸਰੀ ਵਜਾਉਂਦੇ ਸਨ ਅਤੇ ਗੋਧਨ ਗਊਆਂ ਨੂੰ ਚਾਰਦੇ ਸਨ, ਭਾਵ ਗਊਆਂ ਵੀ ਧਨ ਸਨ, ਤੇ ਕ੍ਰਿਸ਼ਨ ਜੀ ਦੇ ਨਾਲ ਗਊਆਂ ਨੂੰ ਚਾਰਨ ਵਾਲੇ ਗਵਾਲੇ ਵੀ ਧਨ ਸਨ। ਨਾਮੇ ਕਾ ਸੁਆਮੀ ਆਨੰਦ ਕਰੈ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਹੇ ਭਾਈ, ਕ੍ਰਿਸ਼ਨ ਜੀ ਤਾਂ ਦੁਆਪਰ ਯੁੱਗ ਵਿੱਚ ਹੀ ਆਨੰਦ ਕਰਦੇ ਸਨ, ਪਰ ਮੇਰੇ ਨਾਮਦੇਵ ਦਾ ਮਾਲਕ ਪਰਮੇਸ਼ਰ ਸਦਾ ਹੀ ਆਨੰਦ ਕਰਦਾ ਰਹਿੰਦਾ ਹੈ, ਭਾਵ ਆਨੰਦ ਦੇ ਸਹਿਤ ਰਹਿੰਦਾ ਹੈ। ਧੰਨ ਧੰਨ ਓ ਰਾਮ ਬੀਨ ਬਾਜੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੁਆਰੇ ਬੈਠਿਆਂ ਸਾਡਾ ਧਿਆਨ ਕ੍ਰਿਸ਼ਨ ਜੀ ਵੱਲ ਚਲਾ ਗਿਆ। ਕੋਈ ਇੱਕ ਅਵਤਾਰ ਸੀਗਾ ਕਿ ਚੰਗਾ ਮਹਾਂਪੁਰਖ ਸੀਗਾ, ਪਰ ਸਾਡਾ ਜਿਹੜਾ ਧਿਆਨ ਹੈ ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਖੁਦ ਆਪ ਹੀ ਆਪਣਾ ਧਿਆਨ ਧਾਰਨ ਦੀ ਆਗਿਆ ਨਹੀਂ ਕੀਤੀ, ਵਾਹਿਗੁਰੂ ਦੇ ਚਰਨੀ ਲਾਇਆ ਹੈ। ਸੋ ਇਹ ਸ਼ਬਦ ਦਾ ਅਰਥ ਆਪਾਂ ਵਾਹਿਗੁਰੂ ਦਾ ਕਰਨਾ ਹੈ। ਧੰਨ ਧੰਨ ਉਹ ਰਾਮ ਬੀਨ ਬਾਜੈ। ਰਮੰਤੀ ਸਾ ਰਾਮਾ, ਰਮਿਆ ਹੋਇਆ ਪਰਮੇਸ਼ਰ ਉਹ ਧਨਤਾ ਦੇ ਯੋਗ ਹੈ, ਜਿਸ ਦੀ ਚੇਤਨ ਸੱਤਾ ਰੂਪੀ ਬੰਸਰੀ ਸਾਰਿਆਂ ਦੇ ਅੰਦਰ ਵੱਜ ਰਹੀ ਹੈ। ਯੋਂ ਪਰਮੇਸ਼ਰ ਵੀ ਧਨਤਾ ਦੇ ਯੋਗ ਹੈ, ਔਰ ਉਸ ਦੀ ਚੇਤਨ ਸੱਤਾ ਰੂਪੀ ਬੰਸਰੀ
ਉਹ ਵੀ ਧਨਤਾ ਦੇ ਯੋਗ ਹੈ। ਮధుਰ ਮధుਰ ਧੁਨ ਅਨਹਤ ਗਾਜੈ, ਜਿਨ੍ਹਾਂ ਦੇ ਹਿਰਦੇ ਵਿੱਚ ਮਿੱਠੀ ਮਿੱਠੀ ਧੁਨੀ ਨਾਲ ਸਤਨਾਮ ਸ੍ਰੀ ਵਾਹਿਗੁਰੂ 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 ਦਾ ਉਚਾਰਨ ਹੁੰਦਾ ਹੈ, ਉਹਨਾਂ ਦੇ ਹਿਰਦੇ ਵਿੱਚ ਨਾਸ਼ ਤੋਂ ਰਹਿਤ ਪਰਮੇਸ਼ਰ ਗੱਜ ਆਉਂਦਾ ਹੈ, ਪ੍ਰਗਟ ਹੋ ਆਉਂਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਧਨ ਧਨ ਮੇਘਾ ਰੋਮਾਵਲੀ, ਉਹ ਪਰਮੇਸ਼ਰ ਧਨ ਹੈ ਅਤੇ ਜੋ ਬਦਲਾਂ ਤੋਂ ਪੈਦਾ ਹੋਈ 18 ਪਰ ਬਨਸਪਤੀ ਹੈ। ਇਹ ਵਿਰਾਟ ਰੂਪ ਦੇ ਵਿੱਚ ਪਰਮੇਸ਼ਰ ਦੀ ਰੋਮਾਵਲੀ ਹੈ, ਜੋ ਕਿ ਧਨਤਾ ਦੀ ਯੋਗ ਹੈ। ਧਨ ਧਨ ਕ੍ਰਿਸ਼ਨ ਉੱਡੈ ਕਾਂਬਲੀ, ਉਹ ਪਰਮੇਸ਼ਰ ਧਨ ਹੈ, ਧਨ ਹੈ ਜਿਸ ਨੇ ਕਾਲੀ ਪਾ ਮਾਇਆ ਰੂਪੀ ਕੰਬਲੀ ਕਲਪ ਤਦਾਤਮਕ ਸੰਬੰਧ ਕਰਕੇ ਪਹਿਨਣਾ ਕੀਤੀ ਹੈ। ਧਨ ਧਨ ਤੂੰ ਮਾਤਾ ਦੇਵਕੀ, हे ਦੇਵ ਪ੍ਰਕਾਸ਼ ਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸੁਮਤੀ ਰੂਪ ਮਾਤਾ, ਤੂੰ ਧਨ ਹੈ, ਧਨ ਹੈ ਇਸੇ ਪ੍ਰਕਾਰ। ਧਨ ਧਨ ਤੂੰ ਮਾਤਾ ਦੇਵਕੀ, हे ਸੁਮਤੀ ਰੂਪ ਮਾਤਾ, ਤੂੰ ਧਨਤਾ ਦੀ ਯੋਗ ਹੈ, ਜੋ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਗਿਆਨ ਰੂਪੀ ਪੁੱਤਰ ਨੂੰ ਪੈਦਾ ਕਰਨ ਵਾਲੀ ਹੈ। ਜਿਹ ਗ੍ਰਹਿ ਰਮਈਆ ਕਵਲਾਪਤੀ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਸ੍ਰੇਸ਼ਟ ਮਤੀ ਪ੍ਰਾਪਤ ਹੋਈ ਹੈ, ਉਹਨਾਂ ਨੂੰ ਜੋ ਰਮਿਆ ਹੋਇਆ ਪਰਮੇਸ਼ਰ ਕਬਲਾ ਭਗਤੀ ਕਰਕੇ ਪਤੀ ਪ੍ਰਾਪਤ ਹੋਣ ਵਾਲਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜਾਂ ਉਹਨਾਂ ਦੇ ਹਿਰਦੇ ਵਿੱਚ ਰਮਾਇਆ ਹੋਇਆ ਰਮਿਆ ਹੋਇਆ ਕਬਲਾਪਤੀ ਪਰਮੇਸ਼ਰ ਪ੍ਰਗਟ ਹੋ ਆਉਂਦਾ ਹੈ। ਧਨ ਧਨ ਬਨ ਖੰਡ ਬਿੰਦਰਾਵਨਾ, ਸੰਸਾਰ ਰੂਪੀ ਬਨ ਦੇ ਵਿੱਚ ਮਨੁੱਖਾ ਜਨਮ ਇੱਕ ਟੁਕੜਾ ਹਿੱਸਾ ਹੈ, ਜਿਨ੍ਹਾਂ ਦਾ ਮਨੁੱਖਾ ਜਨਮ ਦੇ ਵਿੱਚ ਅੰਤःਕਰਨ ਬਿੰਦਰਾ ਸਮੂਹ ਸ਼ੁਭ ਗੁਣਾਂ ਦਾ ਬਗੀਚਾ ਬਣਿਆ ਹੋਇਆ ਹੈ, ਉਹ ਧਨਤਾ ਦੇ ਯੋਗ ਹਨ। ਅਤੇ ਜਹ ਖਿਲੈ ਸ੍ਰੀ ਨਾਰਾਇਣਾ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸ੍ਰੀ ਸ਼੍ਰੋਮਣੀ ਪਰਮੇਸ਼ਰ ਅਸਥਿਤ ਹੋਣ ਰੂਪ ਖੇਡ ਰਿਹਾ ਹੈ, ਉਹ ਵੀ ਧਨਤਾ ਦੇ ਯੋਗ ਹਨ। ਬੀਨ ਬਜਾਵੈ ਗੋ ਧਨ ਚਰੈ, ਪਰਮੇਸ਼ਰ ਸਾਰਿਆਂ ਦੇ ਅੰਦਰ ਆਪਣੀ ਚੇਤਨ ਸੱਤਾ ਰੂਪੀ ਬੀਨ ਵਜਾ ਰਿਹਾ ਹੈ, ਅਤੇ ਜਿਸ ਦੀ ਚੇਤਨ ਸੱਤਾ ਦੇ ਆਸਰੇ ਇੰਦਰੀਆਂ ਰੂਪ ਗਊਆਂ ਸ਼ੁਭ ਗੁਣ ਰੂਪੀ ਘਾਹ ਚਰਦੀਆਂ ਹਨ। ਨਾਮੇ ਕਾ ਸੁਆਮੀ ਆਨੰਦ ਕਰੈ, ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਮੇਰੇ ਨਾਮਦੇਵ ਦਾਤਾ ਇਹੋ ਜਿਹਾ ਮਾਲਕ ਹੈ, ਮੈਂ ਤਾਂ ਉਸ ਦਾ ਆਨੰਦ ਮਾਨਣਾ ਕਰਦਾ ਹਾਂ। ਮੇਰੋ ਬਾਪ ਮਾਦਾ, ਭਗਤ ਨਾਮਦੇਵ ਜੀ ਦੀ ਮਾਤਾ ਨੇ ਪੁੱਤਰ ਪ੍ਰਾਪਤੀ ਲਈ ਈਸ਼ਵਰ ਦੀ ਉਪਾਸਨਾ ਕੀਤੀ ਸੀ, ਤੇ ਉਪਾਸਨਾ ਕਰਨ ਤੋਂ ਭਗਤ ਨਾਮਦੇਵ ਜੀ ਦੀ ਉਤਪਤੀ ਹੋਈ ਸੀ। ਇਸੇ ਕਰਕੇ ਭਗਤ ਜੀ ਪਰਮੇਸ਼ਰ ਨੂੰ ਪਿਤਾ ਰੂਪ ਕਰਕੇ ਕਥਨ ਕਰਦੇ ਨੇ। ਜਿਵੇਂ ਈਸਾਈਆਂ ਦਾ ਈਸਾ ਮਸੀਹ ਹੋਇਆ, ਈਸਾ ਦਾ ਦੁਨੀਆ ਦਾ ਵਿੱਚ ਪਿਓ ਕੋਈ ਨਹੀਂ ਸੀਗਾ, ਕੱਲੀ ਮਾਂ ਹੀ ਮਾਂ ਸੀਗੀ, ਮਾਤਾ ਮਰੀਅਮ। ਉਹ ਮੰਨਦੇ ਨੇ ਕਿ ਜੇ ਕੋਈ ਆਖੇ ਵੀ ਪਿਓ ਤੋਂ ਬਗੈਰ ਬੱਚਾ ਕਿਵੇਂ ਜੰਮਿਆ, ਕੱਲੀ ਮਾਂ ਬੱਚੇ ਨੂੰ ਜਨਮ ਕਿਵੇਂ ਦੇ ਸਕਦੀ ਹੈ? ਨਹੀਂ, ਰੱਬ ਸਭ ਕੁਝ ਕਰ ਸਕਦਾ ਹੈ। ਮਾਤਾ ਮਰੀਅਮ ਨੂੰ ਅਜ਼ਰਾਈਲ ਫਰਿਸ਼ਤੇ ਨੇ
दर्शन दे के इल्हाम किया कि हे माता तेरे घर रब दा पुत्र आएगा। वो कहन लगी मैं तो उच्ची सुच्ची जीवन वाली हाँ, मैं तो किसी मर्द वाल अख भर के देखा तक नहीं, ते वीरा तू किहो जी गल कर रहा? कहंदे नहीं, रब नूं यही पाउंदा है, भगती वाली कुख चाहिदी है। तो इंज माता मरियम नूं ईसा जी पुत्र पैदा होया बिना ही पति तो। नामदेव जी कहंदे मेरा तां प्यो माया दा पति परमेश्वर है। हे वाहिगुरु तू ही मेरा पिता है, तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी ताई तां भो के हकाड़ा जियो। हे महाराज तू मात पिता हम बारक तेरे, तुमरी कृपा में सुख निरे, हर तू धनता दी योग है। तू धन केसा, तू धन है ते केसा धारी है, निरहारी केसव निर्वैरा, कोट जना जाके पूजा पैरा। परमेश्वर बाल कट्टे वाला नहीं है, मोना नहीं है, केसा वाला है। पुराने समयां दे विच हुणी बीमारी चली है दाढ़ी कट्टण दी, पिओ तां सारे दाढ़ी केसां वाले होणगे, गा उन्हां दे मुंडे ते गां पोतरे दाढ़ी कटाउण नूं तां बंदा शौक जिहा मंनदा है। ये कोई करैत जां गलती मनदा ही नहीं, जे कोई कहिए तो फिर गुस्सा करदे ने। तो इसलिए ये बीमारी हुण पता नहीं कित्थों आ गई। पुराने समयां च महाराजा रणजीत सिंह वेले, भाई शेर सिंह वेले ते महाराजा शेर सिंह वेले, महाराजा खड़ग सिंह वेले जदों सैनापति सीगे, सारे सिख केसाधारी हुंदे सन, सारे फौजी सन, चढ़दी कला वाले सन। 1955 की भी फोटो एक आ रही है नैट दे, उदों भी सारे बच्चे पग्गां बनदे सी, केसाधारी सन। साडे पिंड विच अजे भी महाराज की किरपा है। ते कोई आ जिहड़ा मुंडा केस कटाए हुए नहीं, तो सारे मुंडे जिन्ने नौजवान पता नहीं कारसे वाले बाबे आउंदे ने, ऐतवार किसी बाबे की गड्डी, बुधवार किसी की, ते सोम मंगलवार किसी की, क्यों सेवा दे विच लगे होण करके या वैसे ही महाराज की कृपा। ते आम ये ज़्यादा बीमारी चल पई है, खास करके साडे जट्टां दे मुंडां दे विच। जम्मू कश्मीर च या हजूर साहब या बंबे कलकत्ते अजे भी सिखां दे मुंडे केस नहीं कटाउंदे। साहब कृपा करन, वाहिगुरू जिहड़ा है जिन्हों आपां मनदे हां वो दाढ़ी कट्टी वाला या घोना मोना नहीं है, वो केसाधारी है। या कि कंग सेन, कंग जल दे विच सैन बिराजनी करके केसो नाम भी है, सो जल दी सेजा मानदा है। सांवलियो बीठुलाय, हे महाराज तू कैसा चलित्र कौत करने वाला है, पंजा पानी आदि पंजा तत्तां च विराजमान होने वाला। अरे हे बीठुलाई परमेश्वर तू सांवलियो श्याम रूप धारण करने वाला है, या सांवले रंग करने वाली माया नूं तू कल्प कल्प करके धारण किया होया, या हे परमेश्वर तू सांवलियो माया सबल हो के सोहने रंग वाला है, अते बीठुलाए उत्पत्ति पालना लैता करने वाला है। बीजना उत्पत्ति ते ठो पालना करने वाला ते लाई लैता करने वाला है। पंडरपुर के इलाके विच एक पुंडरीक नामी राजा होया। पुंडरीक उन्हें परमेश्वर की बहुत भगती की सी। जो कुछ समा आराम करने वेले सराणे रख लेंदा सी, ओदी अत्यंत भगती देख के एक दिन परमेश्वर सरगुण स्वरूप च प्रगट होया।
ਜਦ ਪਰਮੇਸ਼ਰ ਜੀ ਪ੍ਰਗਟ ਹੋਇਆ ਤਾਂ ਭਗਤ ਪੁੰਡਰੀਕ ਨੇ ਪਰਮੇਸ਼ਰ ਨੂੰ ਬੈਠਣ ਵਾਸਤੇ, ਹੋਰ ਤਾਂ ਕੁਝ ਲੱਭਾ ਨਹੀਂ, ਲਾਗੇ ਬੰਨੇ ਨਾ ਗਲੀਚਾ ਸੀਗਾ, ਨਾ ਕੋਈ ਰਜਾਈ, ਨਾ ਤਲਾਈ, ਨਾ ਮੂੜਾ, ਨਾ ਕੋਈ ਟੇਬਲ, ਉਹਨੂੰ ਕੁਝ ਨਾ ਲੱਭਾ। ਇੱਟ ਸੀਗੀ ਜਿਹੜੀ ਸਿਰਹਾਣੇ ਰੱਖ ਕੇ ਸੌਂਦਾ ਹੁੰਦਾ ਸੀਗਾ, ਉਹੀ ਇੱਟ ਮਹਾਰਾਜ ਦੇ ਅੱਗੇ ਰੱਖ ਦਿੱਤੀ, ਕਹਿੰਦਾ ਬਹਿ ਜਾ। ਇੱਟ ਤੇ ਬੈਠਣ ਕਰਕੇ ਪਰਮੇਸ਼ਰ ਦਾ ਨਾਮ ਬੀਠਲ ਪੈ ਗਿਆ। ਇਹ ਪਵਿੱਤਰ ਨਾਮ ਕੇਵਲ ਗੁਰਬਾਣੀ ਵਿੱਚ ਹੀ ਆਉਂਦਾ ਹੈ, ਵੇਦਾਂ ਸ਼ਾਸਤਰਾਂ 'ਚ ਕਿਤੇ ਵੀ ਬੀਠਲ ਨਾਮ ਨਹੀਂ ਆਉਂਦਾ। एक अक्षर अर्थ कोश अनुसार बीठोल, पी उत्पत्ति करने वाला, ठ स्थिति पालना करने वाला, ते ला लहता, आप सारियां दी उत्पत्ति पालना लहता करने वाला परमेश्वर है। विश्राम देकर फरमान करदे ने, कर धरी चक्र बैकुंठ ते आए। ये परमेश्वर जिस वेले हरिहर क्षेत्र विच हाथी नूं तंदुए ने पकड़ लिया सी ਅਤੇ ਹਾਥੀ ਨੇ ਪਰਾ ਬਾਣੀ ਦੁਆਰਾ ਤੇਰੇ ਨਾਮ ਨੂੰ ਉਚਾਰਨ ਕੀਤਾ ਸੀ, ਉਸ ਵੇਲੇ ਤੁਸੀਂ ਸਰਗੁਣ ਸਰੂਪ ਦੇ ਵਿੱਚ ਕਰ ਹੱਥਾਂ ਦੇ ਵਿੱਚ ਸੁਦਰਸ਼ਨ ਚੱਕਰ ਧਾਰਨ ਕਰਕੇ ਬੈਕੁੰਠ ਤੇ ਆਏ। ਬੈਕੁੰਠ ਤੋਂ ਹਾਥੀ ਦੀ ਰੱਖਿਆ ਕਰਨ ਵਾਸਤੇ ਆਈ ਸੀ। ਗਜ ਹਸਤੀ ਕੇ ਪ੍ਰਾਨ ਉਧਾਰੀ ਵਾਲੇ, ਅਤੇ ਵੱਡੇ ਹਾਥੀ ਐਰਾਬ ਦਾ ਹਾਥੀ ਦੇ ਪ੍ਰਾਣਾਂ ਨੂੰ ਬਚਾ ਲਿਆ ਸੀ। ਦੋਹ ਸਾਸਨ ਕੀ ਸਭਾ ਦ੍ਰੋਪਦੀ। ਇਹ ਪਰਮਾਤਮਾ ਦੋਹ ਸਾਸਨ, ਦੋਹ ਕਠਨ ਸਾਸਨ ਤਾੜਨ ਵਾਲੇ ਦੁਰਯੋਧਨ ਦੀ ਸਭਾ ਦੇ ਵਿੱਚ ਜਦ ਦੋਹ ਸਾਸਨ ਨੌਕਰ ਦ੍ਰੋਪਦੀ ਦੇ ਵਸਤਰ ਉਤਾਰਨ ਲੱਗੇ ਸਨ। ਅੰਬਰ ਲੈ ਤੋ ਬਾਰੀਆ ਲੈ, ਤਾਂ ਉਸ ਨੂੰ ਕੱਪੜੇ ਦੇ ਕਰਕੇ ਬਚਾਉਣਾ ਕੀਤਾ ਸੀਗਾ। ਕੱਪੜ ਕੋਟੋ ਸਾਰੀਆਂ ਥੱਕੇ ਦੂਰ ਨਾ ਪਾਰ ਬਸੰਦੀ। ਤੁਲਸੀ ਜੀ ਨੇ ਲਿਖਿਆ ਨਾਰੀ ਹੂੰ ਕੀ ਸਾਰੀ ਹੈ ਕਿ ਸਾਰੀ ਹੂੰ ਕੀ ਨਾਰੀ ਹੈ। ਲੋਕਾਂ ਦੀਆਂ ਅੱਖਾਂ ਹੀ ਘੁੰਮ ਗਈਆਂ, ਉਹਨਾਂ ਦਾ ਦਿਮਾਗ ਘੁੰਮਣ ਲੱਗ ਪਿਆ। ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਸਾੜੀਆਂ ਦੀ ਇਸਤਰੀ ਬਣੀ ਹੈ ਕਿ ਜਾਂ ਇਸਤਰੀ ਚੋਂ ਸਾੜੀਆਂ ਨਿਕਲ ਰਹੀਆਂ ਨੇ। ਉਹ ਘੁੰਮ ਕੇ ਗਾਸ਼ ਖਾ ਕੇ ਡਿੱਗ ਪਏ ਸੀਗੇ, ਪਰ ਉਹ ਘੁੰਮਦੀ ਹੋਈ ਰਾਮ ਰਾਮ ਕਰਦੀ ਰਹੀ, ਬੇਪੜਦ ਨਹੀਂ ਸੀ ਹੋਣ ਦਿੱਤਾ। ਰੱਬ ਦੀ ਇਹੋ ਜਿਹੀ ਤਾਕਤ ਹੈ। ਇਸੇ ਪ੍ਰਕਾਰ ਦੋ ਸਾਸਨ ਕੀ ਸਭਾ ਦ੍ਰੋਪਦੀ। ਜਦ ਦੁਰਯੋਧਨ ਦੇ ਭਰਾ ਦੋਹ ਸਾਸਨ ਦੀ ਸਭਾ ਦੇ ਵਿੱਚ, ਦੋ ਸਾਸਨ ਸਭਾ ਦਾ ਕਾਰ ਮੁਖਤਿਆਰ ਸੀਗਾ, ਇਸ ਵਾਸਤੇ ਦੋ ਸਾਸਨ ਦੀ ਸਭਾ ਕਿਹਾ ਹੈ। ਇਹ ਦੁਰਯੋਧਨ ਦਾ ਭਰਾ ਹੀ ਸੀ, ਨਿਕੰਮਾ ਜਿਹਾ। ਇਹਨੇ ਕੇਸਾਂ ਤੋਂ ਧੋ ਕੇ ਦ੍ਰੋਪਦੀ ਨੂੰ ਲਿਆਂਦਾ ਸੀਗਾ। ਦੋਹ ਸਾਸਨ ਦੀ ਸਭਾ ਦੇ ਵਿੱਚ ਦ੍ਰੋਪਦੀ ਦੇ ਵਸਤਰ ਲਹਿੰਦਿਆਂ ਨੂੰ ਇਹ ਵਾਹਿਗੁਰੂ ਤੋਂ ਬਚਾਉਣਾ ਕੀਤਾ, ਭਾਵ ਬੇਪੜਦ ਨਹੀਂ ਹੋਣ ਕੀਤਾ ਦਿੱਤਾ। ਅੰਬਰ ਲੈ ਤੋ ਬਾਰੀਆ ਲੈ, ਕੱਪੜਿਆਂ ਦਾ ਕਿਲਾ ਹੀ ਉਸਾਰ ਦਿੱਤਾ, ਉਹਨੂੰ ਬੇਪੜਦ ਨਹੀਂ ਸੀ ਹੋਣ ਦਿੱਤਾ। ਇਸੇ ਪ੍ਰਕਾਰ ਦੋਹ ਸਾਸਨ ਕੀ ਸਭਾ ਦ੍ਰੋਪਦੀ। ਅਗਿਆਨ ਰੂਪੀ ਦੋ ਸਾਸਨ ਦੀ ਆਸਰੀ ਸਮੁਦਰ ਰੂਪੀ ਸਭਾ ਦੇ ਵਿੱਚ ਸੁਰਤੀ ਰੂਪੀ ਦ੍ਰੋਪਦੀ ਦੇ ਸ਼ੁਭ ਗੁਣਾਂ ਰੂਪੀ ਬਸਤਨ ਲਈ ਜਾ ਰਹੇ ਹਨ, ਭਾਵ ਸ਼ੁਭ ਗੁਣਾਂ ਨੂੰ ਨਾਸ਼ ਕਰੀ ਜਾਂਦੇ ਹਨ। ਅੰਬਰ ਲੈ ਤੋ ਬਾਰੀਆ ਲੈ, ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ, ਉਹ ਪ੍ਰਭੂ ਨਾਮ ਨੇ ਉਬਾਰ ਲਿਆ, ਬਚਾ ਲਏ ਨੇ। ਉਹਨਾਂ ਨੂੰ ਨਾਮ ਰੂਪੀ ਪਰਦੇ ਨਾਲ ਢੱਕ ਲੈਣਾ ਕੀਤਾ ਹੈ। ਢੱਕ ਪੜਦੇ ਰੱਖ ਲਾਜ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਜਾਂ ਨਾਨਕ ਪ੍ਰਗਟ ਪਹਾਰੇ। ਗੁਰਦੁਆਰੇ ਦੇ ਵਿੱਚ ਮਾਈਆਂ ਬੀਬੀਆਂ ਨੂੰ ਵਸਤਰ ਦਿੱਤੇ ਜਾਂਦੇ ਨੇ, ਲੋਈਆਂ ਆਦਿਕ, ਸੀਸ ਤੇ ਰਹਿਣ ਵਾਲਾ ਕੱਪੜਾ, ਭਾਈਆਂ ਦੇ ਗਲਾਂ 'ਚ ਪਰਨੇ ਜਾਂ ਦਸਤਾਰਾਂ ਦੇ ਸਰੂਪ ਦਿੱਤੇ ਜਾਂਦੇ ਨੇ। ਇਸ ਤਰ੍ਹਾਂ ਇਹ ਮਹਾਰਾਜ ਨੇ ਸਿਰੋਂ ਪਾਓ ਪਰਦਾ ਦਿੱਤਾ ਹੈ। ਜਿਉਂ ਪਕੜ ਦ੍ਰੋਪਦੀ ਦੁਸ਼ਟਾਨ ਨੇ ਤੇ
ਹਰ ਹਰ ਲਾਜ ਨਿਵਾਰੇ। ਹਰੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਕਿਰਪਾ ਹੋਈ, ਸੋ ਉਹਨੇ ਲਾਜਪਤ ਰੱਖੀ ਸੀ। ਗੋਤਮ ਨਾਰ ਹਲਿਆ ਤਾਰੀ। हे ਪਰਮੇਸ਼ਰ, ਤੂੰ ਗੌਤਮ ਰਿਖੀ ਦੀ ਜਿਹੜੀ ਨਾਰ ਇਸਤਰੀ ਅਹਲਿਆ, ਇਹ ਵੀ ਤਾਰਨਾ ਕੀਤੀ ਸੀ, ਜਿਹਦੀ ਸਾਖੀ ਹੈ ਸਹੰਸਰਦਾਨ ਦੇ ਅੰਦਰੋਂ ਆਇਆ ਇਸ ਪੰਕਤੀ ਤੇ। ਸੋ ਜਿਹਦੇ ਦੇ ਅੰਦਰ ਲੁਭਾਈ ਮਨ ਹੋ ਗਿਆ, ਅਹਲਿਆ ਦਾ ਮਨ ਵੀ ਅਸਥਿਰ ਨਾ ਰਿਹਾ, ਤੋ ਗੌਤਮ ਨੇ ਸ਼ਰਾਪ ਦੇ ਦਿੱਤਾ। ਫਿਰ ਉਹਨੇ ਬੇਨਤੀ ਕੀਤੀ ਤੇ ਫਿਰ ਆਖਿਆ ਵੀ ਰਾਮ ਜੀ ਤੇਰੇ ਨਾਲ ਚਰਨ ਲਾਉਣਗੇ ਤਾਂ ਪੱਥਰ ਬਣੀ ਨੂੰ ਤੈਨੂੰ ਤਾਰਨਗੇ। ਇਉਂ ਹੀ ਵਾਹਿਗੁਰੂ, ਤੂੰ ਗੌਤਮ ਦੀ ਇਸਤਰੀ ਅਹਲਿਆ ਨੂੰ ਵੀ ਤਾਰਿਆ। ਪਾਵਨ ਕੀਤਕ ਤਾਰਿਆ ਲੈ। ਹਰ ਕਿਤਨੇ ਪਾਪੀ ਪਵਿੱਤਰ ਜੀਵਨ ਵਾਲੇ ਬਣਾ ਕੇ ਤੂੰ ਤਾਰ ਦਿੱਤੇ ਹਨ। ਇਸੇ ਪ੍ਰਕਾਰ ਗੌਤਮ ਨਾਰ ਅਹਲਿਆ ਤਾਰੀ। ਉਹ ਇੰਦਰੀਆਂ ਭਾਵ ਜੋ ਅੰਦੇ ਕਰਨ ਦੀ ਬਿਰਤੀ ਰੂਪ ਇਸਤਰੀ ਤੇ ਤਾਮਾ ਗਿਆਨ ਕਰਕੇ ਗ੍ਰਸੀ ਹੋਈ ਸੀ, ਉਹ ਗਿਆਨ ਦੇ ਪ੍ਰਤਾਪ ਕਰਕੇ ਹਿੱਲਿਆ, ਹਿੱਲਣ ਤੋਂ ਰਹਿਤ ਹੋ ਕੇ ਜੜ ਹੋ ਰਹੀ ਸੀ। ਉਸ ਨੂੰ ਪਰਮੇਸ਼ਰ ਨੇ ਆਪਣਾ ਨਾਮ ਦਾਨ ਦੇ ਕੇ ਤਾਰ ਦਿੱਤਾ। ਪਾਵਨ ਕੀਤਕ ਤਾਰਿਆ ਲੈ। ਇਉਂ ਪਰਮੇਸ਼ਰ ਨੇ ਆਪਣੇ ਚਰਨਾਂ ਨਾਲ ਜੋੜ ਕੇ ਕਿਤਨੇ ਹੀ ਪਵਿੱਤਰ ਜੀਵਨ ਵਾਲੀ ਬਣਾ ਕੇ ਤਾਰ ਦਿੱਤੇ ਹਨ। ਐਸਾ ਆਦਮ ਅਜਾਤ ਨਾਮ ਦਿਓ। हे ਪਰਮੇਸ਼ਰ, ਮੈਂ ਨਾਮਦੇਵ ਵੀ ਅਜਿਹਾ ਨੀਚ ਤੇ ਜਾਤ ਤੋਂ ਹੀਣਾ ਹਾਂ। ਤਾਉ ਸਰਨਾਗਤ ਆਇਆ ਲੈ। ਤੇਰੀ ਓਟ ਦੇ ਵਿੱਚ ਆਇਆ ਹਾਂ, ਮੇਰਾ ਵੀ ਉਧਾਰ ਕਰੋ ਜੀ। ਜਿੱਥੇ ਇੰਨੀ ਸੰਗਤ ਨੂੰ ਤੂੰ ਆਪ ਦੇ ਕਲਾਵੇ ਵਿੱਚ ਲਿਆ ਹੋਇਆ, ਕਿੰਨਿਆਂ ਨੂੰ ਤਾਰਿਆ, ਉੱਥੇ ਇੱਕ ਮੈਨੂੰ ਨੀਚ ਨੂੰ ਜਾਣ ਕੇ ਮਾੜੇ ਨੂੰ ਮੈਨੂੰ ਵੀ ਤਾਰ ਦੇ ਮਹਾਰਾਜ। ਮੇਰੇ ਤੇ ਵੀ ਕਿਰਪਾ ਕਰ। ਸਭੈ ਘਟ ਰਾਮ ਬੋਲੇ। ਹੇ ਭਾਈ, ਸਾਰਿਆਂ ਹਿਰਦਿਆਂ ਵਿੱਚ, ਚਾਰ ਖਾਣੀਆਂ ਦੇ ਸਾਰੇ ਸਰੀਰਾਂ 'ਚ ਪਰਮੇਸ਼ਰ ਬੋਲ ਰਿਹਾ ਹੈ। ਪਿੱਛੇ ਭੂਤਕਾਲ ਵਿੱਚ ਸਾਰੇ ਸਰੀਰਾਂ 'ਚ ਰਾਮ ਬੋਲ ਰਿਹਾ ਸੀ, ਹੁਣ ਵਰਤਮਾਨ ਸਮੇਂ 'ਚ ਪਰਮੇਸ਼ਰ ਬੋਲ ਰਿਹਾ ਹੈ, ਅਤੇ ਅੱਗੇ ਭਵਿੱਖਤ ਕਾਲ ਵਿੱਚ ਵੀ ਉਹੀ ਬੋਲੇਗਾ। ਰਾਮਾ ਬੋਲੇ। ਰਾਮ ਰਮੰਤੀ ਸਾ ਰਾਮ। ਪਿੱਛੇ ਵੀ ਉਹੀ ਸੀਗਾ, ਹੁਣ ਵੀ ਉਹੀ ਬੋਲ ਰਿਹਾ ਹੈ। ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਰਾਮ ਬਿਨਾ ਕੋ ਬੋਲੇ ਰੇ। ਰੇ ਹੈ ਭਾਈ, ਰਾਮ ਪਰਮੇਸ਼ਰ ਤੋਂ ਬਿਨਾ ਕੌਣ ਬੋਲ ਸਕਦਾ? ਭਾਵ ਦੀ ਚੇਤਨ ਸੱਤਾ ਤੋਂ ਬਗੈਰ ਕੋਈ ਵੀ ਬੋਲ ਨਹੀਂ ਸਕਦਾ ਹੈ। ਰਹਾ ਰਾਮ ਦੇ ਕੇ ਫਰਮਾਉਂਦੇ ਹਨ, ਏਕਲ ਮਾਟੀ ਜਿਵੇਂ ਇੱਕੋ ਮਿੱਟੀ ਹੈ, ਉਚਰ ਚੀਟੀ। ਉਹ ਮਿੱਟੀ ਦੇ ਹਾਥੀ ਤੇ ਕੀੜੀਆਂ ਬਣਦੀਆਂ ਨੇ ਜਾਂ ਚਿੜੀਆਂ ਬਣਦੀਆਂ ਹਨ। ਭਾਜਨ ਹੈ ਅਤੇ ਬਹੁਤ ਨਾਨਾ ਪ੍ਰਕਾਰ ਦੇ 84 ਲੱਖ ਜੂਨਾਂ ਰੂਪੀ ਭਾਂਡਿਆਂ ਦੇ ਵਿੱਚ ਸਮਾ ਰਹੀ ਹੈ। ਬਹੁ ਨਾਨਾਰੇ। ਅਨੇਕ ਤਰ੍ਹਾਂ ਭਾਵ ਚਾਰ ਖਾਣੀਆਂ ਦੇ ਜੀਵਾਂ ਦੇ ਸਰੀਰ ਰੂਪੀ ਭਾਂਡੇ ਮਿੱਟੀ ਆਦਿਕ ਪੰਜਾਂ ਤੱਤਾਂ ਨਾਲ ਵਾਹਿਗੁਰੂ ਜੀ ਨੇ ਬਣਾਉਣਾ ਕੀਤੇ ਨੇ। ਤੇ ਮਿੱਟੀ ਸਾਨੂੰ ਚੰਗੀ ਨਹੀਂ ਲੱਗਦੀ, ਦੱਸੋ? ਮਾੜੀ ਜੀ ਲੱਗ ਜੇ ਆਪਾਂ ਕਹਿੰਦੇ ਆ ਉਹ ਪਰੇ ਪਰੇ ਪਏ। ਮਿੱਟੀ 'ਚ ਹੀ ਵੇਖੋ, ਆਪਾਂ ਜੰਮੇ ਆ, ਮਿੱਟੀ 'ਚ ਹੀ ਬੱਚਾ ਪਲਦਾ ਹੈ। ਜਿਹੜੇ ਬੱਚੇ ਮਿੱਟੀ ਖਾਂਦੇ ਰਹੇ ਨੇ, ਮਿੱਟੀ 'ਚ ਕੈਲਸ਼ੀਅਮ ਹੁੰਦਾ, ਉਹ ਚੰਗੇ ਸਿਹਤਮੰਦ ਹੁੰਦੇ ਨੇ। ਤੇ ਅੱਜ ਕੱਲ ਆਪਾਂ ਪੱਥਰ ਹੀ ਪੱਥਰ ਲਾ ਸੁੱਟੇ, ਗੁਰਦੁਆਰੇ ਦੀਆਂ ਨਿਸ਼ਾਨੀਆਂ ਵੀ ਤੋੜ ਦਿੱਤੀਆਂ, ਕੋਈ ਦਰਖਤ ਨਹੀਂ ਰਹਿਣ ਦਿੱਤਾ ਪਿਓ ਦੇ ਪੁੱਤਾਂ ਨੇ, ਕੋਈ ਬੇਰੀ ਕੀ ਕੋਈ ਜੰਡ ਕੀ ਸਭ ਵੱਢ ਕੇ ਸ਼ੀਸ਼ੇ 'ਚ ਮੜ ਸੁੱਟੇ। ਤੇ ਕੋਈ ਮਿੱਟੀ ਦੀ ਨਿਸ਼ਾਨੀ ਕੋਈ ਥੇ ਨਹੀਂ ਰਹਿਣ ਦਿੱਤਾ, ਸਭ ਪੱਥਰ ਹੀ ਪੱਥਰ ਲਾ ਕੇ। ਹੁਣ ਥੋੜੀ ਜਿਹੀ ਅਕਲ ਆਈ ਹੈ ਕਿ ਨਿਸ਼ਾਨੀ ਹੋਣੀ ਚਾਹੀਦੀ ਹੈ। ਬੰਦਾ ਫਿਰ ਵਾਪਸ ਆ ਰਿਹਾ ਹੈ।
ਪੁਰਾਣੀ ਵਿਰਾਸਤ ਵੱਲ, ਕਿਉਂਕਿ ਬਿਮਾਰੀਆਂ ਨੇ ਖਹਿੜਾ ਨਹੀਂ ਛੱਡਿਆ। ਘਰੋਂ ਘਰ ਬਿਮਾਰੀਆਂ। ਜੇ ਬੰਦਾ ਪਹਿਲੇ ਵਰਗੇ ਜੀਵਨ 'ਚ ਆ ਜਾਏ ਤੇ ਬਿਮਾਰੀਆਂ ਖਹਿੜਾ ਛੱਡ ਦੇਣ। ਆ ਸ਼ੂਗਰ, ਬਲੱਡ ਪ੍ਰੈਸ਼ਰ, ਕੈਲਸਟਰੋਲ ਤੇ ਹੋਰ ਪਤਾ ਨਹੀਂ ਕਈ ਬਿਮਾਰੀਆਂ ਨੇ ਜਿਨ੍ਹਾਂ ਦਾ ਨਾਮ ਵੀ ਲੈਣਾ ਅੰਮ੍ਰਿਤ ਵੇਲੇ ਦੀ ਕਥਾ ਹੈ, ਚੰਗਾ ਜਿਹਾ ਨਹੀਂ ਲੱਗਦਾ। ਇਹ ਹਜ਼ਾਰਾਂ ਹੀ ਬਿਮਾਰੀਆਂ ਸਾਨੂੰ ਮਿੱਟੀ ਤੋਂ ਦੂਰ ਹੋਣ ਕਰਕੇ ਲੱਗੀਆਂ ਨੇ। ਜੇ ਮਿੱਟੀ ਦੇ ਬਰਤਨਾਂ ਦੇ ਵਿੱਚ ਜਿਵੇਂ ਸਾਡੀਆਂ ਦਾਦੀਆਂ, ਸਾਡੀਆਂ ਬਜ਼ੁਰਗ ਮਾਤਾਵਾਂ ਸਾਗ ਤੇ ਭਾਜੀ, ਦਾਲ ਆਦਿਕ ਭੜੋਲੀ ਦੇ ਵਿੱਚ ਰੱਖ ਕੇ, ਤੌੜੀ ਦੇ ਵਿੱਚ ਰੱਖ ਕੇ ਬਣਾਉਂਦੀਆਂ ਸੀਗੀਆਂ ਤੇ ਕਾੜ੍ਹਨੇ ਦਾ ਦੁੱਧ ਛਕਾਇਆ ਕਰਦੀਆਂ ਸਨ। ਜੇ ਬੰਦਾ ਮਿੱਟੀ ਦੇ ਬਰਤਨਾਂ ਦੇ ਵਿੱਚ ਪੱਕੀਆਂ ਹੋਈਆਂ ਸਬਜ਼ੀਆਂ ਨੂੰ ਛਕਣਾ ਸ਼ੁਰੂ ਕਰ ਦੇਵੇ, ਆ ਸਿਲਵਰ ਦੇ ਕੁੱਕਰ ਜੇ, ਆ ਗੈਸ ਚੁੱਲ੍ਹੇ ਕੀ, ਤੇ ਇਹਨਾਂ 'ਚ ਚੀਜ਼ਾਂ ਗਲਦੀਆਂ ਨੇ, ਪੱਕਦੀਆਂ ਨੇ। ਪੱਕਿਆ ਭੋਜਨ ਖਾਣ ਤੋਂ ਸਿਹਤਮੰਦ ਹੋਈਦਾ ਤਾਂ ਕਿੰਨਾ ਚੰਗਾ ਹੋਵੇ। ਮਿੱਟੀ ਦੇ ਬਰਤਨ ਬੰਦਾ ਛਕੇ, ਮਿੱਟੀ ਦੇ ਬਰਤਨਾਂ ਦੇ ਵਿੱਚੋਂ ਜਲ ਆਦਿਕ ਦੇ ਸੋਰਸ ਪ੍ਰਾਪਤ ਕਰੇ। ਜਿੰਨਾ ਵੀ ਨੀਵੇਂ ਤੋਂ ਪਾਣੀ ਲਓ, ਆ ਸਰਕਾਰੀ ਪਾਣੀ, ਇਹ ਤਾਈਓ ਸਵੱਛ ਤੇ ਮਿੱਠਾ ਹੁੰਦਾ ਕਿਉਂਕਿ ਬਹੁਤੇ ਡੂੰਘੇ ਤੋਂ ਆਉਂਦਾ ਹੈ। ਤੇ ਫਿਰ ਆ ਪਹਾੜਾਂ ਦੇ ਵਿੱਚੋਂ ਪੱਥਰ ਚੋਂ ਨਿਕਲਿਆ ਲੂਣ, ਜਿਹਨੂੰ ਕਹਿੰਦੇ ਨੇ ਪਾਕਿਸਤਾਨੀ ਲੂਣ। ਆਪਾਂ ਖਾਂਦੇ ਆਇਓਡੀਨ ਨਮਕ, ਉਹਦੇ ਨਾਲ ਬੇੜਾ ਗਰਕ ਹੋਈ ਜਾ ਰਿਹਾ ਹੈ। ਸਭ ਤੋਂ ਭੈੜਾ ਇਹ ਲੂਣ ਹੈ। ਜੇ ਬੰਦਾ ਲੂਣ ਛੱਡ ਦੇ ਕਈ ਬਿਮਾਰੀਆਂ ਤੋਂ। ਫਿਰ ਮਿੱਟੀ ਦੇ ਵਿੱਚੋਂ ਪੈਦਾ ਹੋਇਆ ਮਿੱਠਾ, ਆ ਗੁੜ ਤੇ ਸ਼ੱਕਰ, ਜਿਹੜੇ ਸਾਨੂੰ ਚੰਗੇ ਲੱਗਦੇ, ਸਾਡੇ ਨਿਆਣਿਆਂ ਨੂੰ ਹੋਰ ਹੀ ਤਰ੍ਹਾਂ ਕਹਿੰਦੇ ਦਾ ਸਵਾਦ ਹੀ ਨਹੀਂ ਆਉਂਦਾ। ਦੱਸੋ, ਚੀਨੀ ਆਪਾਂ ਉਹ ਪਤਾ ਨਹੀਂ ਕੀ ਵਿੱਚ ਪਾ ਕੇ ਉਹਨੂੰ ਚਿੱਟਾ ਕੀਤਾ ਜਾਂਦਾ। ਗੁੜ ਤਾਂ ਵੇਖੋ ਪੂਰਾ ਹੁੰਦਾ, ਉਹਨੂੰ ਚਿੱਟਾ ਕਰਨ ਲਈ ਕੀਤਾ ਕੀ ਤੇਜ਼ਾਬ ਜਾਂ ਜ਼ਹਿਰ ਸੁੱਟਦੇ ਨੇ, ਉਹ ਜ਼ਹਿਰ ਹੀ ਆਪਾਂ ਖਾਂਦੇ ਹਾਂ। ਸਬਜ਼ੀਆਂ ਭਾਜੀਆਂ ਦੇ ਹੋਰਨਾਂ ਚੀਜ਼ਾਂ ਦੇ ਜ਼ਹਿਰ ਛਿੜਕੀ ਜਾ ਰਹੀ ਹੈ। ਜੇ ਬੰਦਾ ਏਸੀ ਕਮਰਿਆਂ 'ਚੋਂ ਨਿਕਲ ਕੇ ਫਿਰ ਮਿੱਟੀ 'ਚ ਹੀ ਮੰਜਾ ਡਾਹ ਪਾਣੀ ਤਰੋਂ ਕੇ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਭਾਈ ਕੀ ਟਰੋਲੀ ਲੰਮੇ ਪਿਆ ਕਰਦੇ ਸੀ। ਕੱਖਾਂ ਦੀ ਛੰਨ ਵਿੱਚ ਆ ਜਾਏ ਤੇ ਵੇਖੋ ਏਸੀ ਦੀ ਲੋੜ ਹੀ ਨਹੀਂ, ਤੰਦਰੁਸਤੀ ਹੈ। ਕੋਠੇ ਦੇ ਮੰਜੇ, ਮੱਛਰਦਾਨੀ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਬੰਦਾ ਬਿਮਾਰ ਹੋ ਜਾਏ। ਉਹ ਸਾਡੇ ਮਹਾਂਪੁਰਖ ਸੀਗੇ ਇੱਕ, ਤੇ ਉਹ ਆਪਦੀ ਹੱਥ ਨਾਲ ਹੀ ਚੱਕੀ ਪੀਸ ਕੇ ਤੇ ਸਾਰੀ ਉਮਰ ਅਜੇ ਵੀ ਉਹ ਹੱਥ ਦੀ ਚੱਕੀ ਨਾਲ ਹੀ ਪ੍ਰਸ਼ਾਦਾ ਛਕਦੇ ਨੇ ਤੇ ਟਿਊਬਵੈੱਲ ਦਾ ਪਾਣੀ ਪੀਂਦੇ ਨੇ। ਤੇ ਹੁਣ ਤਾਂ ਮੈਂ ਵਾਹਵਾ ਚਿਰ ਹੋ ਗਿਆ ਦਰਸ਼ਨ ਨਹੀਂ ਕੀਤੇ। ਕਹਿੰਦੇ ਆ ਵੇਖ ਲਓ ਮੈਨੂੰ ਐਨਕਾਂ ਨਹੀਂ ਲੱਗੀਆਂ, ਕਾਫੀ ਚਿਰ ਹੋ ਗਿਆ। ਤੋ ਇਸ ਵਾਸਤੇ ਮਿੱਟੀ ਇੱਕ ਬਹੁਤ ਵਧੀਆ ਚੀਜ਼ ਹੈ। ਜੇ ਤੋਂ ਅਸੀਂ ਈਰਖਾ ਕਰਦੇ ਹਾਂ, ਕਿਤੇ ਮਾੜਾ ਜਿਹਾ ਵੀ ਲੱਗ ਜਾਏ ਤੇ ਆਪਾਂ ਕਹਿੰਦੇ ਆ ਵੀ ਪਰੇ ਕਰੋ ਭਾਈ। ਫਰੀਦ ਜੀ ਕਹਿੰਦਾ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵ ਦੀਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਇਸ ਵਾਸਤੇ ਆ ਜਿਹੜੇ ਗੋਰੇ ਨੇ, ਮੈਂ ਵੇਖਿਆ ਉਹਨਾਂ ਨੂੰ ਸਮੁੰਦਰ 'ਚ ਨਹਾਉਣ ਜਾਂਦੇ ਨੇ ਤੇ ਮਿੱਟੀ 'ਚ ਇਸ਼ਨਾਨ ਕਰਕੇ ਆਉਂਦੇ ਨੇ, ਮਤਲਬ ਰੇਤ ਦੇ ਵਿੱਚ ਲੰਮੇ ਪੈ ਜਾਂਦੇ ਨੇ ਉੱਪਰ ਥੱਲੇ। ਕਹਿੰਦੇ ਮਿੱਟੀ ਦੇ ਵਿੱਚ ਬੜੇ ਗੁਣ ਹਨ। ਬੱਚਾ ਮਿੱਟੀ 'ਚ ਖੇਡੇ ਤੇ ਤੰਦਰੁਸਤ ਰਹਿੰਦਾ। ਇਸ ਤਰ੍ਹਾਂ ਇਹ ਇੱਕੋ ਹੀ ਮਿੱਟੀ ਤੋਂ ਅਸੀਂ ਬਣੇ ਹੋਏ ਹਾਂ। ਅਸਥਾਵਰ ਜੰਗਮ ਕੀਟ ਪਤੰਗਮ, ਇੱਕ ਥਾਂ ਖੜੇ ਰਹਿਣ ਵਾਲੇ ਪਹਾੜ, ਬ੍ਰਿਕਸ਼, ਸਥਾਵਰ, ਜੰਗਮ ਪੈਰਾਂ ਨਾਲ ਤੁਰਨ ਵਾਲੇ ਮਨੁੱਖ, ਪਸ਼ੂ, ਪੈਰਾਂ ਆਦਿਕ ਕੀੜੇ, ਖੰਭਾਂ ਦੇ ਪੈਰਾਂ ਨਾਲ ਉੱਡਣ ਵਾਲੇ ਪਤੰਗ, ਪਤੰਗੇ ਆਦਿਕ। ਘਟ ਘਟ ਰਾਮ ਸਮਾਨਾਰੀ, ਸਾਰੇ ਘਟਾਂ ਘਟਾਂ 'ਚ ਪਰਮੇਸ਼ਰ ਸਮਾਰਿਆ ਹੈ। ਏਕਲ ਚਿੰਤਾ ਰਾਖਿ ਅਨੰਤਾ, ਇਹ ਭਾਈ ਹੋਰ ਸਾਰੀਆਂ ਆਸਾਂ ਨੂੰ ਛੱਡ ਕੇ ਇੱਕ ਗੱਲ ਦੀ ਚਿੰਤਾ ਹਿਰਦੇ 'ਚ ਰੱਖ ਕੇ ਬੇਅੰਤ ਪਰਮੇਸ਼ਰ ਦਾ ਚਿੰਤਨ ਕਰਿਆ ਕਰੋ। ਔਰ ਤਜਹੁ ਸਭ ਆਸਾਰੀ, ਕਬੀਰ ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ, ਨਰਕ ਭਰੈ ਤੇ ਮਨ ਨਹੀਂ, ਜੋ ਹਰਿ ਨਾਮਿ ਉਦਾਸ। ਇੱਕੋ ਚਿੰਤਾ ਕਰੋ ਕਿ ਬੇਅੰਤ ਪਰਮੇਸ਼ਰ ਹੀ ਰੱਖਿਆ ਕਰਨ ਵਾਲਾ, ਇੱਕੋ ਪਰਮੇਸ਼ਰ ਨੂੰ ਹੀ ਸਾਰਿਆਂ ਦੀ ਰੱਖਿਆ ਕਰਨ ਦੀ ਚਿੰਤਾ। ਤੋ ਇਸ ਲਈ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਜਲ ਮੈਂ ਜੰਤੁ ਪਾਇਨ, ਤਿਨਾ ਬੇਰੋਜੀ ਦੇ,
ਵਿੱਚ ਉਪਾਏ ਸਾਇਰਾ ਤਿਨਾ ਬੇਸਾਰ ਕਰੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਪ੍ਰਣਵੈ ਨਾਮਾ ਇਹ ਸਾਰਾ ਉਪਦੇਸ਼ ਭਗਤ ਨਾਮਦੇਵ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ। ਭਾਈ ਨਹੀਂ ਕਾਮਾ ਕਿ ਅਸੀਂ ਤਾਂ ਸਭ ਕਾਮਨਾਵਾਂ ਤੋਂ ਰਹਿਤ ਹੋ ਗਏ, ਪਾਪ ਨਿਸ਼ਕਾਮ ਹੋ ਗਏ ਹਾਂ। ਕੋ ਠਾਕੁਰ ਕੋ ਦਾਸਾਰੀ ਹੁਣ ਗਿਆਨ ਦੀ ਪ੍ਰਾਪਤੀ ਹੋਣ ਕਰਕੇ ਕੌਣ ਠਾਕੁਰ ਸੁਆਮੀ ਹੈ ਤੇ ਕੌਣ ਸੇਵਕ ਹੈ, ਕੌਣ ਈਸ਼ਵਰ ਹੈ ਤੇ ਕੌਣ ਜੀ ਹੈ। ਆਪ ਅਸੀਂ ਤਾਂ ਇੱਕੋ ਹੀ ਰੂਪ ਹੋ ਗਏ ਹਾਂ, ਪਰ ਸਾਰੀਆਂ ਜਾਤਮਾਂ ਸਰੂਪ ਹੀ ਵੇਖਦੇ ਹਾਂ। ਐਸੀ ਏਕਤਾ ਪਾਈ ਹੈ। ਇਹ ਰਾਗ ਮਾਲੀ ਘੋੜਾ ਵਿੱਚ ਚੌਥੇ ਪਾਤਸ਼ਾਹ ਦੇ ਟੋਟਲ 6 ਸ਼ਬਦ ਆਏ ਨੇ, ਪੰਜਵੇਂ ਪਾਤਸ਼ਾਹ ਦੇ 8 ਸ਼ਬਦ ਤੇ ਨਾਮਦੇਵ ਭਗਤ ਜੀ ਦੇ 3 ਸ਼ਬਦ, ਕੁੱਲ 17 ਸ਼ਬਦਾਂ ਦੀ ਕਥਾ ਆਪ ਪਰਸੋਂ ਤੋਂ ਸਰਵਣ ਕਰ ਰਹੇ ਸੀ। ਅੱਜ ਮਾਲੀ ਘੋੜਾ ਰਾਗ ਸਮਾਪਤ ਹੋਇਆ ਹੈ। ਸਾਧ ਸੰਗਤ ਜੀ ਕੱਲ ਨੂੰ ਮਾਰੂ ਰਾਗ ਪ੍ਰਾਰੰਭ ਹੋਵੇਗਾ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਏਕਲ ਚਿੰਤਾ ਰਾਖਿ ਅਨੰਤਾ ਔਰ ਤਜਹੁ ਸਭ ਆਸਾਰੀ। ਪ੍ਰਣਵੈ ਨਾਮਾ ਪਈ ਨਹੀਂ ਕਾਮਾ ਓ ਠਾਕੁਰ ਕੋ ਦਾਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।